ਅੱਜ ਦਾ ਆਪਣਾ ਟੌਪਿਕ ਹੈਗਾ ਇੰਟਰਨੈਟ ਮਾਲਵੇਅਰ। ਇਹਦੇ ਬਾਰੇ ਸੁਣਿਆ ਕਿਸੇ ਨੇ? ਮਾਲਵੇਅਰ ਜਾਂ ਬਰਸਵੀ ਫਰਕ ਕਰ ਲਿਆ। ਮਾਲਵੇਅਰ ਦੇ ਬਾਰੇ ਸੁਣਿਆ ਕਿਸੇ ਨੇ? ਹਾਰਡਵੇਅਰ ਸੌਫਟਵੇਅਰ ਸਭ ਨੇ ਸੁਣਿਆ ਹੁੰਦਾ ਹੈ। ਕਿਸੇ ਨੇ ਸੁਣਿਆ ਮਾਲਵੇਅਰ? हाँ जी क्या ਹੁੰਦਾ ਹੈ? मैं ਅਸੀਂ ਕਹਿ ਸਕਦੇ ਹੈਗੇ ਇੰਟਰਨੈਟ ਮਾਲਵੇਅਰ ਦੋ ਅੱਡ-ਅੱਡ ਚੀਜ਼ਾਂ ਨੇ ਲੇਕਿਨ ਇੱਕ ਦੂਸਰੇ ਦੇ ਨਾਲ ਲਿੰਕਡ ਨੇ। ਮਾਲਵੇਅਰ ਆਪਾਂ ਇੱਦਾਂ ਕਹਿ ਸਕਦੇ ਹੈਗੇ ਆ ਕਿ ਕੋਈ ਵੀ ਐਵੇਂ ਦਾ ਸੌਫਟਵੇਅਰ ਜਿਹੜਾ ਕਿ ਆਪਣੇ ਸਿਸਟਮ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦਾ ਹੈ। ਸਿਸਟਮ ਤੋਂ ਆਪਣਾ ਮਤਲਬ ਮੋਬਾਈਲ, ਲੈਪਟਾਪ, ਕੰਪਿਊਟਰ ਕੁਝ ਵੀ ਹੋ ਸਕਦਾ ਹੈਗਾ। ਸੌਫਟਵੇਅਰ ਸਭ ਨੂੰ ਪਤਾ ਹੈਗਾ, ਆਪਾਂ ਬੇਸਿਕ ਦੀ ਕਲਾਸ ਕਵਰ ਕਰ ਚੁੱਕੇ ਹਾਂ ਸੌਫਟਵੇਅਰ ਤੇ ਹਾਰਡਵੇਅਰ ਦਾ difference। ਸੋ ਐਸਾ ਸੌਫਟਵੇਅਰ ਜਿਹੜਾ ਕਿ ਮਲੀਸ਼ੀਅਸ ਦਾ ਮਤਲਬ ਹੁੰਦਾ ਹੈਗਾ ਜਿਹੜਾ ਖਰਾਬ ਕਰੇ। ऐसा सॉफ्टवेयर ਜਿਹੜਾ ਆਪਣੇ ਸਿਸਟਮ ਨੂੰ ਖਰਾਬ ਕਰਨ ਦੇ ਲਈ ਬਣਾਇਆ ਗਿਆ ਹੋਵੇ इंटेंशनली डिजाइंड टू कॉज डैमेज टू कंप्यूटर सर्वर और क्लाइंट। मतलब इन शॉर्ट ਐਵੇਂ ਦਾ ਸੌਫਟਵੇਅਰ ਜਿਹੜਾ ਕਿਸੇ ਬੰਦੇ ਨੇ ਇੰਟੈਂਸ਼ਨਲੀ ਜਾਣ ਕੇ ਬਣਾਇਆ ਹੋਵੇ ਕਿਸੇ ਦੂਜੇ ਦਾ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਣ ਦੇ ਲਈ। ਉਹ ਕਿਸ ਤਰ੍ਹਾਂ ਦਾ ਨੁਕਸਾਨ ਪਹੁੰਚਾਏਗਾ ਜਾਂ ਉਹ ਕਿਸ ਤਰ੍ਹਾਂ ਦਾ ਮਾਲਵੇਅਰ ਹੈਗਾ ਉਹ ਅੱਗੇ ਆਪਾਂ ਪੜਾਂਗੇ। मालवेयर तो पता लगे क्यों है। हुण टॉपिक का नाम इंटरनेट मालवेयर क्यों है? अपने बहुत सारे पेपर एवें दे होंदे जिन्हां दे विच कल्ला इंटरनेट दिता हुंदा है, कल्ला मालवेयर दिता हुंदा है या होर इहो जिहे टॉपिक्स हुंदे ने, लेकिन ये दोनों आपस में लिंक्ड तां ने क्योंकि मालवेयर दा मेन जिहड़ा रस्ता हैगा वो इंटरनेट दे राहीं हुंदा है। जे तुहाडे कंप्यूटर दे विच या तुहाडे मोबाइल दे विच इंटरनेट हैगा ਤਾਂ ਉਹਦੇ ਵਿੱਚ ਵਾਇਰਸ ਆਉਣ ਦੇ ਜਾਂ ਮਾਲਵੇਅਰ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ। ਉਸ ਤੋਂ ਇਲਾਵਾ ਸਿਰਫ ਇੱਕ ਜ਼ਰੀਆ ਰਹਿ ਜਾਂਦਾ ਹੈਗਾ ਜਿਹੜੀ ਪੈਨ ਡਰਾਈਵ ਹੁੰਦੀ ਆ। ਤੁਸੀਂ ਆਪਣੇ ਲੈਪਟਾਪ ਦੇ ਉੱਤੇ ਜਾਂ ਤੁਸੀਂ ਆਪਣੇ ਕੰਪਿਊਟਰ ਦੇ ਉੱਤੇ ਕਦੇ ਵੀ ਪੈਨ ਡਰਾਈਵ ਨਾ ਲਗਾਓ, ਉਹਦੇ ਤੇ ਇੰਟਰਨੈਟ ਨਾ ਚਲਾਓ, ਕਦੇ ਵਾਇਰਸ ਨਹੀਂ ਆਏਗਾ। ਠੀਕ, ਮਾਲਵੇਅਰ ਨੂੰ ਵਾਇਰਸ ਦਾ ਰੂਪ ਕਹਿ ਦਿੰਦੇ ਆ। ਵਾਇਰਸ ਇੱਕ ਮਾਲਵੇਅਰ ਦੀ ਟਾਈਪ ਹੈ। ਅੱਗੇ ਆਪਾਂ ਪੜਾਂਗੇ ਮਾਲਵੇਅਰ ਦੀ ਵੱਖ-ਵੱਖ ਕਿਸਮਾਂ ਹੁੰਦੀਆਂ ਨੇ, ਟਾਈਪਸ ਹੁੰਦੀਆਂ ਨੇ। ਸੋ ਉਹਦੇ ਚੋਂ ਇੱਕ ਟਾਈਪ ਹੈਗੀ ਹੈ ਵਾਇਰਸ। ਠੀਕ, ਥੋੜੀ ਜਿਹੀ ਆਪਾਂ ਹਿਸਟਰੀ ਇੰਟਰਨੈਟ ਦੇ ਬਾਰੇ ਕਿ ਇੰਟਰਨੈਟ ਕਿਵੇਂ ਆਇਆ, ਇਹ ਵੈਸੇ ਥੋੜੀ ਜਿਹੀ ਡਿਟੇਲ ਹੋਏਗੀ ਆਪਣੀ। ਜਿਹੜਾ ਪਾਰਟਿਕੂਲਰਲੀ ਇੰਟਰਨੈਟ ਦਾ ਚੈਪਟਰ ਹੋਏਗਾ ਜਿਹਦੇ ਵਿੱਚ ਇੰਟਰਨੈਟ ਦੇ ਬਾਰੇ ਜਾਂ ਨੈਟਵਰਕਿੰਗ ਦੇ ਬਾਰੇ ਪੜਾਂਗੇ, ਉਹਦੇ ਥੋੜੀ ਜਿਹੀ ਹੋਰ ਡਿਟੇਲਸ ਹੋਏਗੀ। ਵੈਸੇ ਸ਼ਾਰਟ ਦੇ ਵਿੱਚ ਆਪਾਂ ਜੇ ਦੇਖੀਏ ਤਾਂ 1960s ਦੇ ਵਿੱਚ US ਦੇ ਵਿੱਚ ਸਟਾਰਟ ਹੋਇਆ ਸੀਗਾ ARPANET। ਇਹ ਪੇਪਰ 'ਚ ਬਹੁਤ ਵਾਰੀ ਰਿਪੀਟ ਹੋਇਆ ਹੈਗਾ। ਇਹਦਾ ਫੁੱਲ ਫਾਰਮ ਵੀ ਆ ਜਾਂਦਾ ਹੁੰਦਾ ਹੈਗਾ ਤੇ ਇੱਦਾਂ ਵੀ ਕਹਿ ਦਿੰਦੇ ਹੈ ਕਿ ਫਸਟ ਇੰਟਰਨੈਟ ਕਿਹਨੂੰ ਮੰਨਿਆ ਜਾਂਦਾ ਹੈ। ਇੰਟਰਨੈਟ ਦਾ ਮਤਲਬ ਕੀ ਹੈਗਾ ਕਿ ਕੁਝ ਸਿਸਟਮ ਨੇ, ਕੁਝ ਕੰਪਿਊਟਰ ਜਿਹੜੇ ਕਿ ਅੱਡ-ਅੱਡ ਜਗ੍ਹਾਵਾਂ ਤੇ ਪਏ ਨੇ ਲੇਕਿਨ ਆਪਸ ਦੇ ਵਿੱਚ ਕਨੈਕਟਡ ਨੇ। ਮੈਂ ਇੱਧਰੋਂ ਬੈਠ ਕੇ ਦੂਜੇ ਸਿਸਟਮ ਦੇ ਉੱਤੇ ਕੁਝ ਡਾਟਾ ਭੇਜ ਸਕਦਾ ਹੈਗਾ, ਮੇਲ ਭੇਜ ਸਕਦਾ ਹੈਗਾ, ਕੁਝ ਇਨਫੋਰਮੇਸ਼ਨ ਭੇਜ ਸਕਦਾ, ਉਹਨੂੰ ਆਪਾਂ ਇੰਟਰਨੈਟ ਕਹਿ ਦਿੰਦੇ ਹਾਂ। तो सब तो पहला इंटरनेट जिहड़ा सीगा ARPANET मन्निया जाता हैगा, जिहड़ा कि US दी एजेंसी या कह लो डिफेंस डिपार्टमेंट दे विच स्टार्ट होया सी सब तो पहला। ठीक, तो तुसीं याद की रखना पेपर के पॉइंट ऑफ व्यू नाल ARPANET दा फुल फॉर्म ते ये कित्थे एस्टैबलिश होया सी ते अराउंड 1960 होया सीगा। ठीक है, जनवरी 1 1983 ये डेट कंसीडर की जाती हैगी है कि ऑफिशियली जो इंटरनेट स्टार्ट हो गया सी। जिहड़ा ये ARPANET सीगा ये सिर्फ एक पर्टिकुलर एजेंसी तक ही लिमिटेड सीगा। इन्होंने अपने आपस दे विच गलबात करन दे लई या इन्फॉर्मेशन शेयर करन दे लई इन्होंने बनाया सीगा। ठीक, ऑफिशियली कह लो इंटरनेट इस टाइम पे स्टार्ट होया। इंडिया च कदों आया? इंडिया दे विच इंटरनेट की शुरुआत कदों हुई? अराउंड 1986। उदों सिर्फ एजुकेशनल रिसर्च के लिए जिहड़ा हैगा यूज़ किया जाता सी। आम पब्लिक नूं जिवें हुण आपां नूं तां बड़े आसानी नाल नैट मिलिया होया हैगा, इदां नहीं सीगा। अज तो कितने साल हो गए? 35 साल पहला, 36 साल पहला इदां नहीं सीगा, ईजीली अवेलेबल नहीं सी। सिर्फ कुछ एक जगह के उत्ते मिलता सी ते विदेश संचार निगम लिमिटेड BSNL हैगी ना जिवें भारत संचार निगम लिमिटेड, तां उवें ये सीगी उस टाइम के उत्ते जिन्हां ने 1995 ਦੇ ਵਿੱਚ ਆਫੀਸ਼ੀਅਲੀ ਇੰਟਰਨੈਟ ਸਟਾਰਟ ਕੀਤਾ। 4G ਨਹੀਂ ਆਈ BSNL ਦਾ ਨੇ। ਹਾਂਜੀ, 4G ਉਹਨਾਂ ਨੇ ਲਾਂਚ ਨਹੀਂ ਕਰਨਾ ਨਹੀਂ ਉਹਦਾ BSNL ਦਾ ਨਹੀਂ ਆ ਗਿਆ, ਟਾਵਰ ਹੀ ਨਹੀਂ ਲੱਗੇ ਜੀ ਆਪਣੇ। BSNL ਜਿਹੜਾ ਹੈ ਸਭ ਤੋਂ ਜ਼ਿਆਦਾ ਇੰਫਰਾਸਟ੍ਰਕਚਰ ਹੈਗਾ
BSNL ਕੋਲ ਜਿੰਨਾ ਇਨਫਰਾਸਟ੍ਰਕਚਰ ਹੈਗਾ ਉਹਨਾਂ ਕਿਸੇ ਵੀ ਕੰਪਨੀ ਕੋਲ ਨਹੀਂ ਹੈਗਾ। ਬਸ ਇਹੀ ਹੈਗਾ ਕਿ ਉਹਨਾਂ ਕੋਲ ਮੈਨ ਪਾਵਰ ਉਸ ਤਰ੍ਹਾਂ ਦੀ ਨਹੀਂ ਹੈ ਸਰਕਾਰੀ ਹੋਣ ਕਰਕੇ। 1995 ਦੇ ਵਿੱਚ ਇਹਨਾਂ ਨੇ ਸਟਾਰਟ ਕੀਤਾ ਤਾਂ ਉਦੋਂ ਉਸ ਟਾਈਮ ਦੇ ਉੱਤੇ ਜਿਹੜਾ ਇੰਟਰਨੈਟ ਸੀਗਾ ਉਹ ਅੱਜ ਦੀ ਦੁਨੀਆ ਤੋਂ ਬਿਲਕੁਲ ਅਲੱਗ ਸੀਗਾ। ਤੁਸੀਂ ਤਾਂ ਸ਼ਾਇਦ ਉਹ ਟਾਈਮ ਦੇਖੇ ਵੀ ਨਹੀਂ ਹੋਣੇ ਬਟ ਅਸੀਂ ਯੂਜ਼ ਕੀਤੇ ਹੋਏ ਆ। 2004 ਦੇ ਵਿੱਚ ਜਿਹੜੀ ਸਪੀਡ ਆਉਂਦੀ ਸੀ ਉਹ 256 KB ਪਰ ਸੈਕਿੰਡ ਆਉਂਦੀ ਸੀ। ਅੱਜ ਕੱਲ੍ਹ ਦੀ ਸਪੀਡ ਦਾ ਤੁਹਾਨੂੰ ਆਈਡੀਆ ਹੈਗਾ ਕਿ ਮੋਬਾਈਲ ਦੇ ਉੱਤੇ ਜਿਹੜਾ ਮੋਬਾਈਲ ਹੁੰਦਾ ਉਹਦੇ ਉੱਤੇ ਵੀ 5-5 10-10 Mbps ਡਾਊਨਲੋਡਿੰਗ ਆ ਜਾਂਦੀ ਹੈ। ਇਹ ਬ੍ਰੌਡਬੈਂਡ ਦੀ ਗੱਲ ਹੋ ਰਹੀ ਹੈ, ਜਿਹੜਾ ਆਪਣੇ ਘਰਾਂ 'ਚ ਲੱਗਿਆ ਹੁੰਦਾ ਬ੍ਰੌਡਬੈਂਡ ਉਹਦੇ ਵਿੱਚ ਵੀ 256 Kbps ਆਉਂਦੀ ਸੀ। ਬਹੁਤ ਸਲੋ ਸਪੀਡ ਹੈ। ਅੱਜ ਕੱਲ੍ਹ ਤਾਂ ਜੇ ਸਪੀਡ ਹੋਏਗੀ ਤਾਂ ਕੁਝ ਵੀ ਨਹੀਂ ਚੱਲੂਗਾ। So India is at position 2 after China in terms of internet users. Internet users ਜਿਹੜੇ ਨੇ ਉਹ ਇੰਡੀਆ ਕੋਲ ਬਹੁਤ ਜ਼ਿਆਦਾ ਸੀ, ਜਨਸੰਖਿਆ ਜ਼ਿਆਦਾ ਤਾਂ ਹੋਣਗੇ ਹੀ ਆਪਣੇ। ਠੀਕ ਹੈ, ਅੱਜ ਕੱਲ੍ਹ ਸਾਰਿਆਂ ਕੋਲ ਹੀ ਹੈਗਾ, ਤੁਹਾਡੇ ਸਾਰਿਆਂ ਕੋਲ ਮੋਬਾਈਲ ਹੋਏਗਾ ਹੈ ਨਾ, ਨੈਟ ਵੀ ਚਲਾਉਂਦੇ ਹੋਣਗੇ। ਅੱਜ ਤੋਂ 10 ਸਾਲ ਪਹਿਲਾਂ ਜੇ ਚਲੇ ਜਾਓ ਤਾਂ ਨਹੀਂ ਸੀਗਾ ਇੰਨਾ ਈਜ਼ੀਲੀ ਅਵੇਲੇਬਲ ਨਹੀਂ ਸੀ। ਲੇਕਿਨ ਉਹ ਕਹਿੰਦੇ ਨੇ ਵੀ ਕੋਈ ਚੀਜ਼ ਫਾਇਦੇਮੰਦ ਆਉਂਦੀ ਹੈਗੀ ਹੈ ਤਾਂ ਉਹਦੇ ਨੁਕਸਾਨ ਵੀ ਹੁੰਦੇ ਆ। ਤਾਂ ਇੰਟਰਨੈਟ ਦੇ ਨੁਕਸਾਨ ਵੀ ਬਹੁਤ ਨੇ। ਉਹਨਾਂ ਵਿੱਚੋਂ ਇੱਕ ਨੁਕਸਾਨ ਹੈਗਾ ਮਾਲਵੇਅਰ, ਜਿਹੜਾ ਆਪਾਂ ਅੱਜ ਪੜ੍ਹ ਰਹੇ ਹਾਂ। ਇਹ ਅੱਜ ਕੱਲ੍ਹ ਜਿਹੜੇ ਟੌਪਿਕਸ ਆਉਂਦੇ ਨੇ ਪੇਪਰ ਦੇ ਵਿੱਚ ਉਹ ਜਨਰਲ ਬੇਸਡ ਜ਼ਿਆਦਾ ਆਉਂਦੇ ਨੇ। ਜਨਰਲ ਬੇਸਡ ਮਤਲਬ ਕਿ ਜਿਹੜੇ ਆਮ ਲੋਕਾਂ ਨੂੰ ਜਨਰਲ ਨੌਲੇਜ ਕਹਿ ਲਓ, ਜਨਰਲ ਨੌਲੇਜ ਬੇਸ ਦੇ ਉੱਤੇ, ਬਜਾਏ ਇਹਦੇ ਕਿ ਬੰਦਿਆਂ ਨੇ ਪੜ੍ਹਾਈ ਕੀਤੀ ਹੋਵੇ ਉਹਦੀ, ਬਟ ਬੰਦਿਆਂ ਨੂੰ ਆਮ ਜਾਣਕਾਰੀ ਹੋਵੇ। ਜਿਵੇਂ ਤੁਸੀਂ ਹੁਣ ਆਪ ਕਹਿੰਦੇ ਹੋ ਵਾਇਰਸ ਆ ਗਿਆ, ਵਾਇਰਸ ਹੁੰਦਾ ਕੀ ਹੈਗਾ, ਉਹ ਕਿਵੇਂ ਇਨਫੈਕਟ ਕਰਦਾ ਹੈਗਾ, ਤਾਂ ਉਹਦੀ ਜਿਹੜੀ ਜਨਰਲ ਨੌਲੇਜ ਹੈਗੀ ਹੈ ਨਾ ਉਹਦੇ ਉੱਤੇ ਬੇਸਡ ਕੁਐਸਚਨਸ ਵੀ ਬਹੁਤ ਆਉਂਦੇ ਨੇ। ਸੋ ਮਾਲਵੇਅਰ ਵਾਲਾ ਟੌਪਿਕ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈਗਾ, ਕਿਉਂਕਿ ਜਿਵੇਂ ਇੰਟਰਨੈਟ ਵਧਿਆ ਮਾਲਵੇਅਰ ਅਟੈਕਸ, ਸਾਈਬਰ ਅਟੈਕਸ ਜਿਹੜੇ ਨੇ ਉਹ ਬਹੁਤ ਵਧੇ ਨੇ। ਸੋ ਇਹਨਾਂ ਦੀਆਂ ਪਰਟੀਕੂਲਰ ਜੌਬਸ ਬਹੁਤ ਵਧੀਆਂ। ਹਰ ਇੱਕ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਹੁਣ ਇਹ ਮੈਂਡੇਟਰੀ ਹੋ ਗਿਆ ਹੈਗਾ ਕਿ ਤੁਹਾਡਾ ਇੱਕ ਸਾਈਬਰ ਸੈੱਲ ਹੋਣਾ ਚਾਹੀਦਾ ਹੈ। ਸਾਈਬਰ ਸੈੱਲ ਕੀ ਹੁੰਦਾ ਹੈਗਾ? ਇੱਕ ਇਹੋ ਜਿਹਾ ਡਿਪਾਰਟਮੈਂਟ ਜਿਹੜਾ ਕਿ ਪਰਟੀਕੂਲਰ ਸਾਈਬਰ ਅਟੈਕਸ ਨਾਲ ਡੀਲ ਕਰਦਾ ਹੈ। ਸਾਈਬਰ ਅਟੈਕ ਕੀ ਹੁੰਦੇ ਨੇ? ਕੰਪਿਊਟਰ ਦੇ ਥਰੂ ਕੀਤੇ ਗਏ ਅਟੈਕ, ਇੰਟਰਨੈਟ ਦੇ ਥਰੂ ਕੀਤੇ ਗਏ ਅਟੈਕ। ਸੋ ਇਹਦੀ ਡੈਫੀਨੇਸ਼ਨ ਆਪਾਂ ਪੜ੍ਹ ਲਈ। ਇੰਟੈਂਸ਼ਨਲੀ ਜਿਹੜਾ ਸੌਫਟਵੇਅਰ ਬਣਾਇਆ ਜਾਂਦਾ ਹੈ ਸਿਸਟਮ ਨੂੰ ਖਰਾਬ ਕਰਨ ਦੇ ਲਈ, ਨੁਕਸਾਨ ਪਹੁੰਚਾਉਣ ਦੇ ਲਈ। ਇੱਕ ਵਰਡ ਆਉਂਦਾ ਹੁੰਦਾ ਸੌਫਟਵੇਅਰ ਬਗ। ਇੱਕ ਬਹੁਤ ਪਹਿਲਾਂ ਕੁਐਸਚਨ ਆਇਆ ਸੀਗਾ, ਇਸ ਲਈ ਇਹ ਸਪੈਸ਼ਲੀ ਆਪਾਂ ਇਨਕਲੂਡ ਕੀਤਾ ਹੋਇਆ ਹੈ ਵਰਡ। ਜਿਹੜਾ ਸੌਫਟਵੇਅਰ ਬਗ ਹੁੰਦਾ ਹੈਗਾ ਨਾ, ਇਹ ਮਾਲਵੇਅਰ ਨਹੀਂ ਹੁੰਦਾ। ਧਿਆਨ ਰੱਖਿਓ ਇਸ ਗੱਲ ਦਾ। ਸੌਫਟਵੇਅਰ ਬਗ ਕੀ ਚੀਜ਼ ਹੁੰਦੀ ਹੈਗੀ ਹੈ ਕਿ ਕਿਸੇ ਨੇ ਕੋਈ ਸੌਫਟਵੇਅਰ ਬਣਾਇਆ ਕਿਸੇ ਕੰਮ ਦੇ ਲਈ, ਪਾਰਟਿਕੂਲਰਲੀ ਮੈਂ ਕੋਈ ਸੌਫਟਵੇਅਰ ਬਣਾਇਆ ਹੈਗਾ, ਉਹ ਕੈਲਕੂਲੇਸ਼ਨ ਕਰਦਾ ਸੀਗਾ, ਲੇਕਿਨ ਗਲਤੀ ਨਾਲ ਕੋਡਿੰਗ ਕਰਦੇ ਹੋਏ ਮੇਰੇ ਤੋਂ ਕੁਝ ਮਿਸਟੇਕ ਹੋ ਗਈ ਕਿ ਮੈਂ ਪਲੱਸ ਦੀ ਜਗ੍ਹਾ ਮਾਈਨਸ ਲਗਾ ਗਿਆ। ਠੀਕ, ਹਿਊਮਨ ਐਰਰ ਹੋ ਸਕਦੀ ਹੈ, ਉਹਦੇ ਕਰਕੇ ਮੇਰੀ ਕੈਲਕੂਲੇਸ਼ਨ ਦੇ ਵਿੱਚ ਫਰਕ ਆਉਣ ਲੱਗ ਗਿਆ। ਸੋ ਉਸ ਚੀਜ਼ ਨੂੰ ਆਪਾਂ ਕੀ ਕਹਾਂਗੇ? ਸੌਫਟਵੇਅਰ ਬਗ। ਉਹ ਕੋਈ ਮਾਲਵੇਅਰ ਨਹੀਂ ਹੈਗਾ, ਉਹ ਕੋਈ ਵਾਇਰਸ ਨਹੀਂ ਹੈ। ਹਾਲਾਂਕਿ ਉਹਦੇ ਕਰਕੇ ਵੀ ਨੁਕਸਾਨ ਹੋ ਰਿਹਾ ਹੈ, ਸੌਫਟਵੇਅਰ ਦੇ ਵਿੱਚ ਪ੍ਰੋਬਲਮ ਆ ਰਹੀ ਹੈਗੀ ਹੈ, ਲੇਕਿਨ ਉਹ ਇੰਟੈਂਸ਼ਨਲੀ ਨਹੀਂ ਕੀਤਾ ਸੀ, ਮੇਰੇ ਤੋਂ ਗਲਤੀ ਨਾਲ ਹੋ ਗਿਆ, ਅਨਇੰਟੈਂਸ਼ਨਲੀ ਹੋ ਗਿਆ ਸੀ। ਸੋ ਇਹ ਵਰਡ ਦਾ ਵੈਸੇ ਧਿਆਨ ਰੱਖਿਓ। ਟਾਈਪਸ ਆਫ ਮਾਲਵੇਅਰ, ਇਹ ਆਪਾਂ ਮੇਨਲੀ ਪੜ੍ਹਨੇ ਹੈਗੇ, ਇਹਦੇ ਤੇ ਬੇਸਡ ਕੁਐਸਚਨ ਆਉਂਦੇ ਹੋਣਗੇ। ਸਪਾਈਵੇਅਰ, ਰੈਂਸਮਵੇਅਰ, ਟ੍ਰੋਜਨ ਹਾਰਸ, ਵੌਰਮ, ਵਾਇਰਸ, ਐਡਵੇਅਰ, ਰੂਟਕਿਟ, ਇਹ ਸਾਰੇ ਮਾਲਵੇਅਰ ਦੇ ਟਾਈਪਸ ਨੇ। ਮਾਲਵੇਅਰ ਵਰਡ ਜ਼ਿਆਦਾਤਰ ਯੂਜ਼ ਨਹੀਂ ਹੁੰਦਾ, ਜ਼ਿਆਦਾਤਰ ਵਾਇਰਸ ਯੂਜ਼ ਹੁੰਦਾ ਹੈ। ਆਪਾਂ ਕਹਿੰਦੇ ਸਿਸਟਮ 'ਚ ਵਾਇਰਸ ਆ ਗਿਆ, ਸਾਰਿਆਂ ਨੂੰ ਵਾਇਰਸ ਕਹਿ ਦਿੰਦੇ ਆ, ਲੇਕਿਨ ਵਾਇਰਸ ਸਿਰਫ ਇੱਕ ਟਾਈਪ ਹੈ। ਮਾਲਵੇਅਰ ਦੀ ਇੱਕ ਟਾਈਪ ਹੈ ਵਾਇਰਸ, ਜਿਵੇਂ ਕਿ ਬਾਕੀ ਟਾਈਪਸ ਹੈ। ਤੁਹਾਨੂੰ ਬਸ ਇਹਨਾਂ 'ਚ ਥੋੜਾ ਡਿਫਰੈਂਸ ਪਤਾ ਹੋਣਾ ਚਾਹੀਦਾ ਕੀ ਹੈਗਾ। ਅਦਰਵਾਈਜ਼ ਜਦ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਇੱਦਾਂ ਲੱਗੇਗਾ ਇਨ ਦਾ ਐਂਡ ਕਿ ਆਲਮੋਸਟ ਸੇਮ ਨੇ ਸਾਰੀ ਚੀਜ਼ਾਂ। ਵਾਇਰਸ ਵੀ ਉਹੀ ਕੰਮ ਕਰਦਾ ਹੈ, ਵੌਰਮ ਵੀ ਉਹੀ ਕੰਮ ਕਰਦਾ ਹੈਗਾ, ਰੈਂਸਮਵੇਅਰ ਵੀ ਉਹੀ ਕਰਦਾ ਹੈ। ਕੁੱਲ ਮਿਲਾ ਕੇ ਇਹਨਾਂ ਨੇ ਸਿਸਟਮ ਨੂੰ ਨੁਕਸਾਨ ਪਹੁੰਚਾਉਣਾ, ਠੀਕ, ਪਰ ਥੋੜਾ ਡਿਫਰੈਂਸ ਹੁੰਦਾ ਹੈਗਾ, ਜਿਹਦੇ ਦੇ ਬੇਸ ਕੁਐਸਚਨ ਆਪਣੇ ਬਣਦੇ ਨੇ। ਸੋ ਵਾਇਰਸ ਕੀ ਹੁੰਦਾ ਹੈਗਾ? ਇਟ ਇਜ਼ ਦ ਮੋਸਟ ਕਾਮਨ ਟਾਈਪ ਆਫ ਮਾਲਵੇਅਰ that can execute itself and spread by infecting other programs or files. Virus generally requires a host program. ਇਹਦਾ ਮਤਲਬ ਕੀ ਹੈਗਾ? ਵਾਇਰਸ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਲੁਕ ਕੇ ਤੁਹਾਡੇ ਸਿਸਟਮ ਦੇ ਵਿੱਚ ਆਏਗਾ ਤੇ ਉਹ ਅੱਗੇ ਆਪਣੇ ਆਪ ਫਿਰ ਫੈਲਦਾ ਜਾਏਗਾ।
ਜਿਵੇਂ ਆਪਣੇ ਸਰੀਰ ਦੇ ਵਿੱਚ ਵਾਇਰਸ ਆ ਜਾਂਦਾ ਹੈਗਾ ਤਾਂ ਫਿਰ ਉਹ ਆ ਕੇ ਕਿਸੇ ਨਾ ਕਿਸੇ ਤੁਹਾਡੇ ਸੈੱਲ ਦੇ ਉੱਤੇ ਬੈਠਦਾ ਹੈਗਾ, ਉਹ ਤੋਂ ਬਾਅਦ ਫਿਰ ਉਹ ਮਲਟੀਪਲਾਈ ਹੋ ਕੇ ਚੀਜ਼ਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ। ਜਿਵੇਂ ਸਿੰਪਲ ਖਾਂਸੀ ਜ਼ੁਕਾਮ ਹੁੰਦਾ, ਕਰੋਨਾ ਵਾਇਰਸ ਆਉਂਦਾ ਜਿਹੜਾ ਆਪਣਾ ਬਹੁਤ ਫੇਮਸ ਚੱਲਿਆ ਹੋਇਆ, ਉਹਦਾ ਕੰਮ ਵੀ ਸੇਮ ਹੀ ਹੈਗਾ। ਪਹਿਲਾਂ ਉਹ ਆਏਗਾ, ਸਰੀਰ ਤੇ ਇੱਕ ਸੈੱਲ ਦੇ ਉੱਤੇ ਅਟੈਕ ਕਰੇਗਾ, ਉਹਦੇ ਅੰਦਰ ਵੜਨ ਦੀ ਕੋਸ਼ਿਸ਼ ਕਰੇਗਾ, ਜਦੋਂ ਵੜ ਗਿਆ ਉਸ ਤੋਂ ਬਾਅਦ ਉਹਨੇ ਸਾਰਾ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦੇਣਾ। ਤਾਂ ਇਵੇਂ ਹੀ ਜਿਹੜੇ ਆਪਣੇ ਸਿਸਟਮ ਦੇ ਵਿੱਚ ਵਾਇਰਸ ਆਉਂਦੇ ਨੇ ਉਹ ਵੀ ਸੇਮ ਹੁੰਦੇ ਨੇ, ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਲੁਕ ਕੇ ਆ ਜਾਣਗੇ। ਹੁਣ ਉਹ ਪ੍ਰੋਗਰਾਮ ਕਿੱਥੋਂ ਆਏਗਾ? ਜਾਂ ਤਾਂ ਇੰਟਰਨੈਟ ਤੋਂ ਆਏਗਾ, ਤੁਸੀਂ ਇੰਟਰਨੈਟ 'ਤੇ ਕੋਈ ਗਾਣਾ ਡਾਊਨਲੋਡ ਕੀਤਾ ਉਹਦੇ ਨਾਲ ਆ ਗਿਆ, ਤੁਸੀਂ ਕੋਈ ਫਾਈਲ ਡਾਊਨਲੋਡ ਕੀਤੀ, ਤੁਸੀਂ ਆਪਣਾ ਪ੍ਰੋਜੈਕਟ ਬਣਾ ਰਹੇ ਹੋ ਕਾਲਜ ਦਾ ਜਾਂ ਸਕੂਲ ਦਾ, ਉਹ ਤੋਂ ਤੁਸੀਂ ਕੋਈ ਵਰਡ ਦੀ ਫਾਈਲ ਡਾਊਨਲੋਡ ਕੀਤੀ ਉਹਦੇ ਨਾਲ ਆ ਗਿਆ, ਠੀਕ ਹੈ। ਤਾਂ ਜਦੋਂ ਇੱਕ ਵਾਰ ਉਹ ਚੱਲ ਗਿਆ ਤੇ ਉਸ ਤੋਂ ਬਾਅਦ ਉਹਨੇ ਸਾਰੇ ਸਿਸਟਮ ਨੂੰ ਖਰਾਬ ਕਰ ਦੇਣਾ। ਹੁਣ ਉਹ ਖਰਾਬ ਕਿਸ ਤਰ੍ਹਾਂ ਕਰੇਗਾ ਇਹ ਡਿਪੈਂਡ ਕਰਦਾ ਉਹਦੇ ਬਣਾਉਣ ਵਾਲੇ ਤੇ। ਹੋ ਸਕਦਾ ਉਹਨੇ ਇੱਦਾਂ ਬਣਾਇਆ ਹੋਏ ਕਿ ਸਾਰੇ ਸਿਸਟਮ ਦੀ ਫਾਈਲਾਂ ਕਰਪਟ ਕਰ ਦਿਓ, ਹੋ ਸਕਦਾ ਇੱਦਾਂ ਬਣਾਇਆ ਹੋਏ ਕਿ ਸਾਰੇ ਸਿਸਟਮ ਦੀ ਫਾਈਲਾਂ ਮਲਟੀਪਲਾਈ ਕਰ ਦਿਓ। ਤੁਹਾਡੇ ਸਿਸਟਮ 'ਚ ਇੱਕ ਫਾਈਲ ਪਈ ਸੀ ਉਹਦੀਆਂ 100 ਬਣ ਜਾਣਗੀਆਂ, ਤੁਹਾਨੂੰ ਇਹ ਨਹੀਂ ਪਤਾ ਲੱਗਿਆ ਓਰੀਜਨਲ ਕਿਹੜੀ ਹੈ। ਮਤਲਬ ਤੁਹਾਡਾ ਕੋਈ ਨਾ ਕੋਈ ਨੁਕਸਾਨ ਪਹੁੰਚਾਉਣਾ ਹੈਗਾ। ਸੋ ਫਸਟ ਜਿਹੜਾ ਵਾਇਰਸ ਮੰਨਿਆ ਜਾਂਦਾ ਹੈਗਾ ਉਹ ਐਕਚੁਅਲ ਦੇ ਵਿੱਚ ਇਸ ਬੰਦੇ ਤੋਂ ਬਣ ਗਿਆ ਸੀਗਾ, ਬਣਾਇਆ ਸੀ, ਬਟ ਇਹ ਅਨਇੰਟੈਂਸ਼ਨਲ ਸੀਗਾ। ਨਹੀਂ ਵਰਡ ਇੱਥੇ ਲਿਖਿਆ ਹੋਇਆ ਕਿ ਇਹਨੇ ਕੋਈ ਨੁਕਸਾਨ ਪਹੁੰਚਾਉਣ ਦੇ ਲਈ ਨਹੀਂ ਬਣਾਇਆ ਸੀਗਾ, ਬਟ ਇਹਨੂੰ ਮੰਨਿਆ ਜਾਂਦਾ ਕਿ ਇਹ ਵਾਇਰਸ ਸੀਗਾ ਕਿ ਇਹਨੇ ਦੂਸਰੇ ਸਿਸਟਮ ਦੇ ਉੱਤੇ ਜਾ ਕੇ ਆ ਡਿਸਪਲੇ ਕਰਤਾ ਸੀਗਾ। ਠੀਕ, ਅੱਜ ਕੱਲ੍ਹ ਜਿਹੜੇ ਪੇਪਰ ਆ ਰਹੇ ਹੈਗੇ ਨੇ, ਤੁਸੀਂ ਲਾਸਟ ਈਅਰ ਦੇ ਪੇਪਰ ਵੀ ਚੱਕ ਕੇ ਦੇਖੋ, ਸਾਰੇ ਪੇਪਰਸ ਵੀ ਇੱਕ ਵਾਰ ਸਟੱਡੀ ਕਰਿਓ, ਕੁਐਸਚਨ ਕਿਤੋਂ ਵੀ ਪਾ ਦਿੰਦੇ, ਕਿਸੇ ਵੀ ਤਰ੍ਹਾਂ ਦਾ ਕੁਐਸਚਨ ਆ ਸਕਦਾ। ਮਤਲਬ ਇਹ ਲੱਗਦਾ ਹੁੰਦਾ ਕਿ ਇਹਦੇ ਵਿੱਚ ਕੀ ਹੈ ਇੰਪੋਰਟੈਂਟ ਇੰਨਾ, ਇਹ ਤਾਂ ਕੋਈ ਹਿਸਟਰੀ ਵਰਗੀ ਚੀਜ਼ ਹੈ, ਇਹ ਪੜ੍ਹਨ ਦੀ ਲੋੜ ਨਹੀਂ, ਇੱਦਾਂ ਨਹੀਂ ਕਰਨਾ, ਕੁਝ ਵੀ ਨਹੀਂ ਛੱਡਣਾ। ਹਰ ਚੀਜ਼ ਨੂੰ ਇੱਕ ਵਾਰ ਅੱਖਾਂ ਦੇ ਮੂਹਰੋਂ ਕੱਢ ਲਓ ਤਾਂ ਕਿ ਪੇਪਰ ਦੇ ਵਿੱਚ ਕੁਐਸਚਨ ਅਗਰ ਆਇਆ ਹੈ ਤਾਂ ਤੁਸੀਂ ਉਹਦਾ ਕੋਈ ਆਨਸਰ ਦੇ ਸਕੋ। ਇੱਕ ਸਿੰਪਲ ਜਿਹਾ ਕੁਐਸਚਨ ਆਇਆ ਸੀ ਲਾਸਟ ਈਅਰ ਕਿ ਬਲੂਟੁੱਥ ਕਿਸ ਰਾਜਾ ਦੇ ਨਾਮ ਤੇ ਬਣਿਆ ਹੋਇਆ ਹੈ। ਤੋ ਇੱਕ ਤਰ੍ਹਾਂ ਦਾ ਹਿਸਟਰੀ ਦਾ ਕੁਐਸਚਨ ਹੋ ਗਿਆ ਉਹ, ਬਲੂਟੁੱਥ ਕਿਸੇ ਰਾਜੇ ਦੇ ਨਾਮ ਦੇ ਉੱਤੇ ਬਣਿਆ ਹੋਇਆ ਹੈਗਾ, ਉਹਦੇ ਪਿੱਛੇ ਸਟੋਰੀ ਹੈਗੀ ਇੱਕ, ਤਾਂ ਉਹ ਕੁਐਸਚਨ ਵੀ ਪੇਪਰ 'ਚ ਉਹਨਾਂ ਨੇ ਪਾਇਆ ਹੋਇਆ ਸੀ। ਠੀਕ, ਸੋ ਕੋਈ ਐਸਪੈਕਟ ਛੱਡਣਾ ਨਹੀਂ ਹੈ, ਜੋ ਵੀ ਚੀਜ਼ ਤੁਹਾਨੂੰ ਸਲਾਈਡਸ ਨੋਟਸ ਦੇ ਵਿੱਚ ਦਿੱਤੀ ਜਾਏਗੀ ਉਹਨੂੰ ਯਾਦ ਕਰ ਲਓ, ਸਮਝ ਲਓ, ਯਾਦ ਕਰ ਲਓ। worm it can self replicate without a host program, ਬਸ ਇਹਦੇ ਤੇ ਵਾਇਰਸ 'ਚ ਇਹੀ ਫਰਕ ਹੁੰਦਾ ਹੈਗਾ ਕਿ ਇਹਨੂੰ ਕੋਈ ਹੋਸਟ ਪ੍ਰੋਗਰਾਮ, ਹੋਸਟ ਦਾ ਮਤਲਬ ਸਮਝ ਗਏ ਵੀ ਜਿਹਦੇ ਉੱਪਰ ਬੈਠ ਕੇ ਆਣਾ ਹੈ ਜਾਂ ਜਿਹਦੇ ਲੁੱਕ ਕੇ ਆਣਾ ਹੈਗਾ, ਤਾਂ ਇਹਨੂੰ ਉਹਦੀ ਲੋੜ ਨਹੀਂ ਹੁੰਦੀ, ਇਹਨੇ ਆਪਣੇ ਆਪ ਹੀ ਫੈਲਣਾ ਸ਼ੁਰੂ ਕਰ ਦੇਣਾ ਵਿਦਾਊਟ ਐਨੀ ਹਿਊਮਨ ਇੰਟਰੈਕਸ਼ਨ। ਇਹਦੇ ਤੇ ਵਾਇਰਸ 'ਚ ਇਹੀ ਫਰਕ ਹੈ, ਨੁਕਸਾਨ ਇਹ ਸੇਮ ਤਰ੍ਹਾਂ ਦਾ ਹੀ ਪਹੁੰਚਾਉਂਦੇ ਨੇ, ਲੇਕਿਨ ਇਹਨਾਂ 'ਚ ਫਰਕ ਇਹੀ ਹੈ, ਵਾਇਰਸ ਨੂੰ ਹੋਸਟ ਪ੍ਰੋਗਰਾਮ ਚਾਹੀਦਾ ਹੁੰਦਾ ਹੈਗਾ ਤੇ ਇਹਨੂੰ ਹੋਸਟ ਪ੍ਰੋਗਰਾਮ ਨਹੀਂ ਚਾਹੀਦਾ, ਇਹਨੇ ਖੁਦ ਹੀ ਫੈਲ ਜਾਣਾ ਸਿਸਟਮ ਦੇ ਵਿੱਚ। ਠੀਕ, ਇਹਦੇ ਉੱਤੇ ਕੁਐਸਚਨ ਇਦਾਂ ਹੀ ਬਣਦਾ ਹੁੰਦਾ ਹੈ, ਵਰਮ ਦੇ ਉੱਤੇ ਜਾਂ ਵਾਇਰਸ ਦੇ ਉੱਤੇ। ਦੈਨ ਟ੍ਰੋਜਨ ਹਾਰਸ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਦੇ ਬਾਰੇ ਸੁਣਿਆ ਹੋਇਆ ਕਿਸੇ ਨੇ? ਇਹ ਇੱਕ ਕਹਾਣੀ ਦੇ ਉੱਤੇ ਬੇਸਡ ਹੈਗਾ ਟ੍ਰੋਜਨ ਹਾਰਸ। ਇੱਕ ਕਹਾਣੀ ਸੀਗੀ ਉਹਦੀ, ਟਰੋਏ ਸਿਟੀ ਸੀਗੀ ਉਹਦੀ, ਵਾਰ ਆਫ ਟਰੋਏ, ਹਾਂ, ਉਹਦੀ ਇੱਕ ਗ੍ਰੀਕ ਤੇ ਟਰੋਏ ਇੱਕ ਸਿਟੀ ਸੀਗੀ, ਜਿਹੜੀ ਅੱਜ ਕੱਲ੍ਹ ਦਾ ਜਿਹੜਾ ਟਰਕੀ ਹੈ ਉਹਦੀ, ਤੇ ਉਹਨਾਂ ਦੀ ਆਪਸ ਦੀ ਲੜਾਈ ਦੀ ਕਹਾਣੀ ਸੀਗੀ। ਤੇ ਐਕਚੁਅਲ ਦੇ ਵਿੱਚ ਜਿਹੜੇ ਗ੍ਰੀਕ ਸੋਲਜਰ ਸੀਗੇ ਉਹਨਾਂ ਨੇ ਯੂਜ਼ ਕੀਤਾ ਸੀਗਾ ਲੱਕੜ ਦਾ ਵੱਡਾ ਜਿਹਾ ਘੋੜਾ ਬਣਾ ਕੇ, ਉਹਦੇ ਵਿੱਚ ਸੋਲਜਰਸ ਨੂੰ ਛੁਪਾਤਾ ਸੀਗਾ ਤੇ ਉਹਦੇ ਟਰੋਏ ਸਿਟੀ ਦੇ ਦਰਵਾਜ਼ੇ ਤੇ ਰੱਖਤਾ ਸੀਗਾ। ਬਹੁਤ ਟਾਈਮ ਤੋਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਜਿੱਤ ਨਹੀਂ ਪਾਏ ਸੀਗੇ। ਉਹਨਾਂ ਨੇ ਇਹ ਉਹਦੇ ਦੇ ਦਰਵਾਜ਼ੇ ਤੇ ਰੱਖਤਾ ਤੇ ਉਹਨਾਂ ਨੇ ਸੋਚਿਆ ਕਿ ਇਹ ਤਾਂ ਸਾਨੂੰ ਗਿਫਟ ਦਿੱਤਾ ਗਿਆ ਹੈਗਾ। ਉਹਨਾਂ ਨੇ ਅੰਦਰ ਵਾੜ ਲਿਆ ਉਹਨੂੰ, ਆਪਣੀ ਸਿਟੀ ਦੇ ਜਿਹੜੀ ਉਹਦੀ ਵਾਲ ਸੀਗੀ ਉਹਨਾਂ ਨੂੰ ਕ੍ਰੋਸ ਕਰਾ ਲਿਆ, ਬਸ ਉਹ ਨਿਕਲੇ ਰਾਤੀ। ਤੋ ਇਸ ਛੋਟੀ ਜਿਹੀ ਚੀਜ਼ ਦੇ ਉੱਤੇ ਬੇਸਡ ਟ੍ਰੋਜਨ ਹਾਰਸ ਬਣਾਇਆ ਜਾਂਦਾ ਹੈਗਾ। ਟ੍ਰੋਜਨ ਹਾਰਸ ਨੂੰ ਜਿਹੜਾ ਹੈਗਾ ਕਿਸੇ ਪਾਰਟਿਕੂਲਰ ਉਵੇਂ ਸੌਫਟਵੇਅਰ ਦੇ ਨਾਲ ਜਾਂ ਕਿਸੇ ਜਿਹੜਾ ਹੈਗਾ ਐਸੀ ਚੀਜ਼ ਦੇ ਨਾਲ ਜਿਹੜੀ ਦੇਖਣ ਨੂੰ ਲੱਗੇ ਕਿ ਇਹ ਲੈਜੀਟੀਮੇਟ ਹੈ। ਲੈਜੀਟੀਮੇਟ ਮਤਲਬ ਲੀਗਲ ਹੈ। ਤੁਸੀਂ ਜਿਹੜਾ ਹੈਗਾ ਕੋਈ ਵੈਬਸਾਈਟ ਖੋਲੀ, ਤੁਹਾਨੂੰ ਇਹ ਲੱਗੇ ਯਾਰ ਇਹ ਤਾਂ ਬਿਲਕੁਲ ਠੀਕ ਹੈ, ਇਹ ਤਾਂ ਇਹਦੇ 'ਚ ਵਰਡਿੰਗ ਲਿਖੀ ਹੋਈ ਹੈ, ਜੋ ਇਹਦੇ ਵਿੱਚ ਪਿਕਚਰਸ ਲਗਾਈਆਂ ਹੋਈਆਂ ਨੇ ਤੇ ਜੋ ਲੋਗੋਜ਼ ਲੱਗੇ, ਤੁਹਾਨੂੰ ਇਹ ਲੱਗ ਰਿਹਾ ਵੀ ਲੀਗਲ ਹੈ, ਸਭ ਓਕੇ ਹੈ। ਤੁਸੀਂ ਉਹਨੂੰ ਪ੍ਰੋਸੀਡ ਕਰ ਦੋਗੇ, ਡਾਊਨਲੋਡ ਕਰ ਲਓਗੇ, ਸਿਸਟਮ 'ਚ ਲਿਆਓਗੇ, ਉਹ ਲੁੱਕ ਕੇ ਵਿੱਚ ਇਹ ਆ ਜਾਏਗਾ। ਠੀਕ ਹੈ, ਹੁਣ ਇਹ ਲੁੱਕ ਕੇ ਅੱਗੇ ਕੀ ਕਰਦਾ ਹੈਗਾ ਉਹ ਇਹਦੇ ਬਣਾਉਣ ਵਾਲੇ ਤੇ ਡਿਪੈਂਡ ਹੈ। ਹੋ ਸਕਦਾ ਹੈ ਇਹ ਤੁਹਾਡਾ ਡਾਟਾ ਚੋਰੀ ਕਰੀ ਜਾਵੇ, ਹੋ ਸਕਦਾ ਹੈਗਾ ਕਿ ਤੁਹਾਡੇ ਸਿਸਟਮ ਨੂੰ ਨੁਕਸਾਨ ਪਹੁੰਚਾ ਦੇ।
ਥ੍ਰੈਟ ਵੀ ਨਹੀਂ ਕਰ ਹੋ ਸਕਦਾ ਹੈਗਾ ਕਿ ਉਹ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਸਿਸਟਮ ਨੂੰ ਨੁਕਸਾਨ ਪਹੁੰਚਾਏ। ਠੀਕ ਹੈ, ਤਾਂ ਇਹ ਯਾਦ ਰਹੇਗਾ। तो ਇਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਹੈ, ਮਿਸਲੀਡਸ ਯੂਜ਼ਰਸ ਆਫ ਇਟਸ ਟਰੂ ਇੰਟੈਂਟ। ਇਹ ਥੋੜੀ ਜੀ ਵਰਡਿੰਗ ਟੈਕਨੀਕਲ ਹੈਗੀ, ਇਹਨੂੰ ਯਾਦ ਰੱਖਿਓ ਕਿਉਂਕਿ ਇਸੀ ਲਾਈਨ ਦੇ ਉੱਤੇ ਬੇਸਡ ਹੀ ਕੁਐਸਚਨ ਆਇਆ ਸੀ, ਤਾਂ ਹੀ ਇਹ ਲਾਈਨ ਚੱਕੀ ਹੋਈ ਹੈ। ਇਹਦਾ ਮਤਲਬ ਵੀ ਉਹੀ ਹੈਗਾ ਕਿ ਇਹ ਜਿਹੜਾ ਟਰੋਜਨ ਹਾਰਸ ਹੈਗਾ ਇਹ ਯੂਜ਼ਰਸ ਨੂੰ ਮਿਸਲੀਡ ਕਰਦਾ ਹੈਗਾ ਆਪਣੇ ਐਕਚੁਅਲ ਮਕਸਦ ਤੋਂ। ਐਕਚੁਅਲ ਦਾ ਉਹਦਾ ਮਕਸਦ ਹੈ ਨੁਕਸਾਨ ਪਹੁੰਚਾਉਣਾ, ਲੇਕਿਨ ਯੂਜ਼ਰ ਨੂੰ ਲੱਗਦਾ ਮੈਨੂੰ ਗਿਫਟ ਮਿਲ ਰਿਹਾ। तो एक उसके उत्ते ही बेस्ड है। तो केड़ी वो भी मैं ਇਹਦੇ इंक्लूड कर दूंगा, वैसे मैं लिखिया नहीं होया, वो भी तुसी याद रख लियो केड़ी सिटी ਦੇ ਉੱਤੇ ਅਟੈਕ ਹੋਇਆ ਸੀ, ਕਿੰਨਾ ਨੇ ਕੀਤਾ ਸੀਗਾ, ਜਿਹਦੇ ਕਰਕੇ ਇਹ ਬਣੀ ਹੋਈ ਹੈਗੀ ਹੈ ਟਰੋਜਨ ਹਾਰਸ। ਹੋ ਸਕਦਾ ਉਹਦੇ ਕੁਐਸਚਨ ਪਾ ਠੀਕ। स्पाईवेयर ਇਹ ਬਹੁਤ ਚੱਲਦਾ ਹੈ। ਪਿਛਲੇ ਸਾਲ ਇੱਕ ਲੇਟੈਸਟ ਆਇਆ ਸੀਗਾ, ਬੜਾ ਮਤਲਬ ਚੱਲਿਆ ਸੀ। ਹਰ ਸਾਲ ਹਜ਼ਾਰਾਂ ਦੀ ਅਮਾਉਂਟ ਦੇ ਵਿੱਚ ਆਉਂਦੇ ਨੇ ਵਾਇਰਸਿਸ ਹੋ ਗਏ ਜਾਂ ਮਾਲਵੇਅਰ ਹੋ ਗਏ, ਲੇਕਿਨ ਕੁਝ ਹੀ ਹੁੰਦੇ ਜਿਹੜੇ ਫੇਮਸ ਹੋ ਜਾਂਦੇ ਨੇ। ਸੋ ਸਪਾਈਵੇਅਰ ਵੈਸੇ ਕੀ ਹੁੰਦਾ ਹੈਗਾ, ਜਿਹੜਾ ਕਿ ਤੁਹਾਡੇ ਸਿਸਟਮ ਦੇ ਵਿੱਚ ਆਇਆ ਜਿਵੇਂ ਮਰਜ਼ੀ ਆਇਆ, ਚਾਹੇ ਟਰੋਜਨ ਦੇ ਤਰੀਕੇ ਨਾਲ ਆਇਆ ਚਾਹੇ ਵਾਇਰਸ ਦੇ ਤਰੀਕੇ ਨਾਲ ਆਇਆ, ਬਟ ਉਹ ਤੁਹਾਡੇ ਸਿਸਟਮ ਦੇ ਵਿੱਚੋਂ ਡਾਟਾ ਚੋਰੀ ਕਰਕੇ ਆਪਣੇ ਮਾਲਕ ਕੋਲ ਸੁੱਟੀ ਜਾਂਦਾ ਬਿਨਾਂ ਤੁਹਾਡੀ ਨੌਲੇਜ ਤੋਂ। ਵੀ ਫੋਟੋ ਵਿੱਚ ਵੀ ਦੇਖੋ ਵੀ ਬੰਦਾ ਆਰਾਮ ਨਾਲ ਕੰਮ ਕਰ ਰਿਹਾ ਔਰ ਉਹ ਤੁਹਾਡੇ ਤੇ ਨਜ਼ਰ ਰੱਖੀ ਹੋਈ ਹੈ ਉਹਦੀ, ਤੁਸੀਂ ਕੀ ਕਰਦੇ ਹੋ, ਕਿਹਨੂੰ ਮੇਲ ਕਰਦੇ ਹੋ, ਕਿਹੜਾ ਡਾਟਾ ਭੇਜਦੇ ਹੋ, ਉਹ ਸਾਰਾ ਤੁਹਾਡਾ ਅੱਗੇ ਜਾਈ ਜਾਂਦਾ। ਦਿਸ ਇਜ਼ ਕਾਲਡ ਸਪਾਈਵੇਅਰ। ਪਿਛਲੇ ਸਾਲ ਇੱਕ ਨਿਊਜ਼ ਦੇ ਵਿੱਚ ਸੀਗਾ ਸਪਾਈਵੇਅਰ, ਬਹੁਤ ਸੁਣਿਆ ਕਿਸੇ ਨੇ ਨਾਮ, ਪੈਗਾਸਸ। PEGASUS। ਉਹ ਇਜ਼ਰਾਈਲ ਦੀ ਕੰਪਨੀ ਹੈਗੀ ਹੈ NSO। ਇਹਦਾ ਵੈਸੇ ਇੱਕ ਜਨਰਲ ਨੌਲੇਜ ਦਾ ਵੀ ਕੁਐਸਚਨ ਹੈ, ਸ਼ਾਇਦ ਕਰੰਟ ਅਫੇਅਰ ਦਾ ਤੁਹਾਨੂੰ ਪਤਾ ਹੈ, ਕਿਉਂਕਿ ਇਹ ਬਹੁਤ ਲਾਈਮਲਾਈਟ 'ਚ ਆਇਆ ਸੀਗਾ। ਇੱਦਾਂ ਦੇ ਬਹੁਤ ਆਉਂਦੇ ਨੇ, ਲੇਕਿਨ ਇਹ ਪਾਰਟਿਕੂਲਰਲੀ ਬਹੁਤ ਹਾਈਲਾਈਟ ਹੋਇਆ ਸੀਗਾ। ਤੇ ਇਹ ਕਹਿੰਦੇ ਸੀਗੇ ਕਿ ਬਹੁਤ ਸਟਰੋਂਗ ਸਪਾਈਵੇਅਰ ਹੈਗਾ, ਕਿ ਤੁਹਾਡੇ ਮੋਬਾਈਲ ਦੇ ਵਿੱਚ ਜਾ ਕੇ, ਤੁਹਾਡੇ ਲੈਪਟਾਪਸ ਦੇ ਵਿੱਚ ਜਾ ਕੇ ਤੁਹਾਡਾ ਸਾਰਾ ਡਾਟਾ ਅੱਗੇ ਭੇਜੀ ਜਾਂਦਾ ਹੈਗਾ ਆਪਣੇ ਮਾਲਿਕ ਨੂੰ। ਕਿਹਨੇ ਬਣਾਇਆ ਹੋਇਆ, ਤਾਂ ਉੱਥੇ ਦੀ ਜਿਹੜੀ ਕੰਪਨੀ ਹੈਗੀ ਹੈ ਉਹ ਸਿਕਿਉਰਿਟੀ ਏਜੰਸੀ ਹੈਗੀ ਹੈ। ਉਹਨਾਂ ਨੇ ਫਿਰ ਐਕਸਪਲੇਨੇਸ਼ਨ ਦਿੱਤੀ ਸੀ ਕਿ ਇਹ ਅਸੀਂ ਬਣਾਇਆ ਹੈਗਾ ਸਪੈਸੀਫਿਕਲੀ ਕਿ ਅਸੀਂ ਜੇ ਕਿਸੇ ਦਾ ਡਾਟਾ ਕੱਢਣਾ ਹੋਏ, ਹੁਣ ਇਹ ਡਾਟਾ ਕੱਢਣ ਦੀ ਲੋੜ ਕਿਹਨੂੰ ਪੈਂਦੀ ਹੈ, ਗਵਰਨਮੈਂਟ ਏਜੰਸੀਜ਼ ਨੂੰ। ਐਂਡ ਟੂ ਐਂਡ ਐਨਕ੍ਰਿਪਸ਼ਨ ਸੁਣੀ ਹੈ ਕਿਸੇ ਨੇ? ਵਾਟ ਇਜ਼ ਐਂਡ ਟੂ ਐਂਡ, ਹੈ ਨਾ। WhatsApp ਦੇ ਉੱਤੇ ਮੈਸੇਜ ਆਉਂਦਾ ਹੈ, Facebook ਦੇ ਉੱਤੇ। ਤਾਂ ਜਿਹੜੀਆਂ ਵੀ ਅੱਛੀ ਕੰਪਨੀਆਂ ਹੈਗੀਆਂ ਨੇ ਨਾ, ਉਹਨਾਂ ਦੀ ਐਪਸ ਹੋ ਗਈਆਂ ਜਾਂ ਉਹਨਾਂ ਦੇ ਜਿਹੜੀ ਵੈਬਸਾਈਟਸ ਹੁੰਦੀਆਂ ਉਹ ਐਂਡ ਟੂ ਐਂਡ ਐਨਕ੍ਰਿਪਟਡ ਹੁੰਦੀਆਂ ਨੇ। ਉਹਦਾ ਮਤਲਬ ਕੀ ਹੈ ਕਿ ਜਿਹੜਾ ਬੰਦਾ ਮੈਸੇਜ ਭੇਜ ਰਿਹਾ ਤੇ ਜਿਹਨੂੰ ਭੇਜ ਰਿਹਾ ਸਿਰਫ ਉਹਨਾਂ ਦੇ ਹੀ ਮੋਬਾਈਲਸ ਤੇ ਜਾਂ ਸਿਸਟਮ ਦੇ ਉੱਤੇ ਪ੍ਰੋਪਰ ਮੈਸੇਜ ਦਿਖੇਗਾ। ਰਸਤੇ 'ਚ ਅਗਰ ਉਹਨੂੰ ਕੋਈ ਵੀ ਫੜਦਾ ਹੈਗਾ ਤਾਂ ਉਹਨੂੰ ਐਨਕ੍ਰਿਪਟਡ ਮਿਲੇਗਾ। ਐਨਕ੍ਰਿਪਟਡ ਦਾ ਮਤਲਬ ਕੀ ਹੁੰਦਾ ਹੈ ਕਿ ਉਹਦੀ ਡਾਟਾ ਚੇਂਜ ਹੋ ਕੇ ਉਹਨੂੰ ਐਕਚੁਅਲ ਮੈਸੇਜ ਨਹੀਂ ਮਿਲੇਗਾ। ਮੰਨ ਲਓ ਮੈਂ ਉਦੋਂ ਭੇਜਿਆ ਹੈਲੋ, ਤਾਂ ਮੈਂ ਜਿਹੜਾ ਹੈਲੋ ਜਿਹਦੇ ਲਈ ਭੇਜਿਆ ਉਹਨੂੰ ਤਾਂ ਹੈਲੋ ਦਿਖੇਗਾ, ਲੇਕਿਨ ਰਸਤੇ 'ਚ ਅਗਰ ਕਿਸੇ ਨੇ ਚੋਰੀ ਕਰ ਲਿਆ, ਦੇਖਿਆ, ਤਾਂ ਉਹਨੂੰ ਹੈਲੋ ਨਹੀਂ ਮਿਲੇਗਾ, ਉਹਨੂੰ ਕੁਝ ਹੋਰ ਹੀ ਦਿਖੇਗਾ, ਉਹਨੂੰ ਉਹ ਡਿਕ੍ਰਿਪਟ ਨਹੀਂ ਕਰ ਸਕਦਾ। ਇਹਨੂੰ ਐਂਡ ਟੂ ਐਂਡ ਐਨਕ੍ਰਿਪਸ਼ਨ ਕਹਿੰਦੇ ਹੈਗੇ। ਲੇਕਿਨ ਜਿਹੜੀ ਗਵਰਨਮੈਂਟ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨੂੰ ਇਹਦੀ ਲੋੜ ਹੁੰਦੀ ਹੈ ਕ੍ਰਿਮੀਨਲ ਐਕਟੀਵਿਟੀਜ਼ ਨੂੰ ਇੰਟਰਸੈਪਟ ਕਰਨ ਦੇ ਲਈ। ਕਹਿੰਦੇ ਨਹੀਂ ਫੋਨ ਟੈਪ ਕਰ ਰਹੇ ਆ, ਹੈ ਨਾ, ਉਹ ਲੀਗਲ ਨਹੀਂ ਹੁੰਦਾ ਫੋਨ ਟੈਪ ਕਰਨਾ, ਬਟ ਗਵਰਨਮੈਂਟ ਨੂੰ ਅਲਾਉਡ ਹੁੰਦਾ। ਬਟ ਉਹਦੇ ਲਈ ਵੀ ਪ੍ਰੋਟੋਕੋਲਸ ਹੁੰਦੇ ਆ, ਉਹਨਾਂ ਨੂੰ ਅਪਰੂਵਲ ਲੈਣੀ ਪੈਂਦੀ ਹੈ। ਇੱਦਾਂ ਹੀ ਕਿਸੇ ਦਾ ਫੋਨ ਨਹੀਂ ਟੈਪ ਕੀਤਾ ਜਾ ਸਕਦਾ। ਉਵੇਂ ਹੀ ਮੈਸੇजेस ਜੋ ਟੈਪ ਹੁੰਦੇ ਨੇ ਉਹ ਇਹੋ ਜਿਹੀਆਂ ਚੀਜ਼ਾਂ ਤੋਂ ਹੁੰਦੇ ਨੇ। ਸਰ ਜਿਹੜੇ ਐਂਡ ਟੂ ਐਂਡ ਇਨਕ੍ਰਿਪਟਡ ਮੈਸੇजेस ਹੁੰਦੇ ਨੇ ਉਹਨਾਂ ਨੂੰ ਰੀਡ ਕਰਨ ਵਾਸਤੇ ਸਪਾਈਵੇਅਰ ਯੂਜ਼ ਹੁੰਦਾ ਹੈ। ਉਹਨਾਂ ਨੂੰ ਜਿਵੇਂ ਉਹਨਾਂ ਵਨ ਆਫ ਦੀ ਟਾਈਪਸ ਹੈ ਜਿਵੇਂ ਇੱਕ ਬੰਦਾ ਇਹਨੂੰ ਮੈਸੇਜ ਭੇਜਣਾ ਹੈ, ਮੈਂ ਗਵਰਨਮੈਂਟ ਏਜੰਸੀ ਹਾਂ, ਮੈਨੂੰ ਇਹ ਤੇ ਸ਼ੱਕ ਹੈ ਕਿ ਇਹ ਕ੍ਰਿਮੀਨਲ ਹੈ ਜਾਂ ਇਹ ਟੈਰਰਿਸਟ ਹੈ, ਤਾਂ ਇਹ ਜਿਹੜੇ ਮੈਸੇजेस ਭੇਜ ਰਿਹਾ ਹੈਗਾ ਤਾਂ ਉਹ ਹਾਰਮਫੁਲ ਹੋ ਸਕਦੇ ਮੇਰੀ ਕੰਟਰੀ ਦੇ ਲਈ, ਤਾਂ ਮੈਂ ਉਹਨੂੰ ਵਿੱਚੋਂ ਫੜਾਂਗਾ ਤੇ ਉਹਨੂੰ ਡੀਕ੍ਰਿਪਟ ਕਰਨ ਦੀ ਕੋਸ਼ਿਸ਼ ਕਰਾਂਗਾ। ਬਸ ਉਹ ਹੁੰਦਾ, ਉਹਦੇ ਲਈ ਇਹ ਹੈਲਪਫੁਲ ਹੁੰਦਾ। ਤਾਂ ਜਿਹੜੀ NSO ਸੀਗੀ ਉਹਨੇ ਇੱਕ ਰਿਪਲਾਈ ਦਿੱਤਾ ਸੀਗਾ ਕਿ ਜਿਹੜਾ ਅਸੀਂ ਸਪਾਈਵੇਅਰ ਬਣਾਇਆ ਪੈਗਾਸਸ, ਉਹ ਜਿਹੜਾ ਹੈਗਾ ਸਿਰਫ ਗਵਰਨਮੈਂਟ ਏਜੰਸੀਜ਼ ਵਾਸਤੇ ਬਣਾਇਆ ਹੈਗਾ ਤਾਂ ਕਿ ਉਹ ਆਪਣਾ ਡਿਫੈਂਸ ਦੇ ਵਿੱਚ ਇਹਨੂੰ ਯੂਜ਼ ਕਰ ਸਕਣ। ਠੀਕ, ਤਾਂ ਤੁਸੀਂ ਨਾਮ ਯਾਦ ਰੱਖਿਓ, ਪੈਗਾਸਸ, PEGASUS। ਉਹਦਾ ਮਤਲਬ ਵੈਸੇ ਹੁੰਦਾ ਫਲਾਈਂਗ ਹਾਰਸ। ਕਈ ਵਾਰ ਤੁਸੀਂ ਫੋਟੋ ਦੇਖੀ ਹੋਣੀ ਹੈ ਪੈਦਲ ਉਹਦੇ ਪੰਖ ਵਾਲੇ ਘੋੜੇ ਦੀ, ਉਹ ਹੁੰਦਾ ਪੈਗਾਸਸ।
ਇਹ ਬਹੁਤ ਸਟਰੋਂਗ ਸੀਗਾ ਜਿਹੜਾ ਸੀ, ਤੇ ਥੋੜਾ ਜਿਹਾ ਨੈਟ ਤੇ ਵੀ ਪੜ੍ਹ ਲਿਓ ਜੇ ਤੁਹਾਨੂੰ ਟਾਈਮ ਮਿਲੇ। ਰੈਂਸਮਵੇਅਰ ਅਨਦਰ ਇੰਪੋਰਟੈਂਟ ਟਾਈਪ। ਸਪਾਈਵੇਅਰ ਤੇ ਰੈਂਸਮਵੇਅਰ ਬਹੁਤ ਯੂਜ਼ ਹੁੰਦੇ ਆ। ਰੈਂਸਮ ਦਾ ਮਤਲਬ ਕੀ ਹੁੰਦਾ ਹੈ? ਐਕਸਟੋਰਸ਼ਨ। ਐਕਸਟੋਰਸ਼ਨ ਦਾ ਕੀ? रैंसम का मतलब होता है कि बच्चा किडनैप कर लिया तो उसकी फिरौती नहीं मांगते, बच्चे को छोड़ने के 1 करोड़ रुपया दो, वो काम है। बस इतने बच्चा नहीं किडनैप करते, इतने थोड़ा डेटा किडनैप कर लेते। मैं एक फाइनैंशियल इंस्टीट्यूशन हाँ, रिजर्व बैंक ऑफ इंडिया हैगा, SBI हैगा या होर यह जे इंस्टीट्यूट जिन्हों का लेना देना फाइनैंस के नाल है, पैसे के नाल है, उन्होंने वैबसाइट हैक कर ली, उन्होंने डेटा हैक कर लिया, उन्होंने डेटे को ताला लगा देंगे ने, लॉक लगा देंगे जिम्मे लगे हुआ है, वो डाटा अपना यूज़ नहीं कर पाएंगे। मैनू ये पता है कि मैं अगर अपना डाटा 2 दिन ना यूज़ किया, मैनू तो 100 करोड़ का नुकसान हो जाएगा। ठीक, वो बंदा कहता है कि मैंने तो 100 करोड़ रुपया दे दो, मैं छड़ दाँगा। मैं तो यही कहूँगा भी लै भी तू 100 करोड़ लै, तो मेरा डाटा छड़। वो होंगे रैंसम। ये बहुत आम चलता है। ਇਹਦਾ भी पिछले साल केस आया सी, US ਦਾ ਸੀਗਾ, बहुत मतलब हाईलाइट होया सी वो केस। ਤੇ ਉਹਦੇ ਵਿੱਚ ਕੀ ਸੀਗਾ ਕਿ US ਦੀ ਪਾਈਪਲਾਈਨ ਹੈਕ ਕਰ ਲਈ ਸੀ, ਉਹਦਾ ਡਾਟਾ ਵਗੈਰਾ ਜਿਹੜਾ ਸੀਗਾ ਨਾ ਉਹਨੂੰ ਹੈਕ ਕਰ ਲਿਆ ਸੀਗਾ, ਤੇ ਉਹਦੇ ਕਰਕੇ ਜਿਹੜਾ ਹੈਗਾ US ਗਵਰਨਮੈਂਟ ਨੂੰ ਜਾਂ ਉਹ ਪਾਰਟਿਕੂਲਰ ਜਿਹੜੀ ਏਜੰਸੀ ਸੀਗੀ ਉਹਨੂੰ ਕਾਫੀ ਬਿਲੀਅਨ ਡਾਲਰਸ ਦੇਣੇ ਪਏ ਸੀ। ਸਰ ਇੱਕ US ਵੀ ਹੋਇਆ ਸੀ ਕੇਸ, ਉਹ ਬੰਦੇ ਨੂੰ ਐਗਜ਼ੀਕਿਊਟ ਕਰ ਦਿੱਤਾ ਗਿਆ ਸੀਗਾ, ਹੀ ਵਾਸ ਚਾਰਜਡ on the basis of this ransomware। मतलब वो apps ਜੇ ਬਣਾਉਂਦਾ ਸੀ, ਮਾਲਵੇਅਰ ਜਿਹਾ ਇਸਨੇ ਕ੍ਰੀਏਟ ਕੀਤਾ ਸੀ, ਜਸਟ ਕੋਈ ਪਾਰਟਿਕੂਲਰ ਕੇਸ ਹੈਗਾ ਸੀ, ਔਰ ਉਹ ਬੰਦੇ US ਨੇ ਹੀ ਉਸ ਬੰਦੇ ਨੂੰ ਐਗਜ਼ੀਕਿਊਟ ਕੀਤਾ ਸੀਗਾ, ਜਸਟ ਕਿ ਉਹਨਾਂ ਨੇ US ਦੀ ਗਵਰਨਮੈਂਟ ਦੀ ਸਾਰੇ ਡਾਟਾ ਕਲੈਕਟ ਕਰ ਲਿਆ ਸੀਗਾ, ਹੈਕ ਕਰ ਲਿਆ। ਕਈ ਲੋਕ ਜਿਹੜੇ ਹੈਗੇ ਵੈਸੇ ਫੇਮਸ ਹੋਣ ਦੇ ਲਈ ਇਹੋ ਜਿਹੇ ਕੰਮ ਕਰਦੇ ਹੈਗੇ ਆ, ਤੇ ਬਟ ਉੱਠਾ ਪੈ ਜਾਂਦਾ ਹੈਗਾ, ਗਵਰਨਮੈਂਟ ਉਹਨਾਂ ਨੂੰ ਜਿਹੜਾ ਹੈਗਾ ਸਜ਼ਾ ਸੁਣਾ ਦਿੰਦੀ ਹੈ ਫਿਰ ਇੰਨੇ, ਕਿਉਂਕਿ ਹੈ ਨਹੀਂ ਸਭ ਇਲੀਗਲ ਹੈ, ਕੁਝ ਵੀ ਲੀਗਲ ਨਹੀਂ ਹੈਗਾ। रूट किट एडमिनिस्ट्रेटर लेवल या एडमिनिस्ट्रेटर या एडमिनिस्ट्रेशन डिवाइसेस ਦੇ ਵਿੱਚ ਸੁਣਿਆ ਹੈਗਾ। एडमिनिस्ट्रेटर कंट्रोल कोई भी अपना जिਵੇਂ सिस्टम ਹੁੰਦਾ ਹੈਗਾ ਨਾ, ਉਹਦੇ ਵਿੱਚ ਇੱਕ एडमिनिस्ट्रेटर लॉगिन ਹੁੰਦਾ ਹੈਗਾ। ਆਪਾਂ ਜਦੋਂ ਥੋੜੇ ਜਿਹੇ ਵੱਡੇ ਸਿਸਟਮਸ 'ਚ ਜਾਂਦੇ ਹੈਗੇ ਆ, ਕੋਈ ਕੰਪਨੀ 'ਚ ਜਾਂਦੇ ਹੋ ਜਾਂ ਕਿਸੇ ਆਰਗੇਨਾਈਜੇਸ਼ਨ 'ਚ ਤੁਸੀਂ ਜਾਓਗੇ ਨਾ, ਤਾਂ ਉੱਥੇ ਕੀ ਹੋਏਗਾ, ਤੁਹਾਡੇ ਸਿਸਟਮਸ ਦੇ ਉੱਤੇ ਇੱਕ ਪਾਰਟਿਕੂਲਰ ਨੈਟਵਰਕ ਹੁੰਦਾ ਹੈਗਾ, ਤਾਂ ਉਹਦਾ ਇੱਕ ਐਡਮਿਨਿਸਟ੍ਰੇਟਰ ਹੁੰਦਾ ਹੈਗਾ। ਐਡਮਿਨਿਸਟ੍ਰੇਟਰ ਕੋਲ ਸਾਰੇ ਰਾਈਟਸ ਹੁੰਦੇ ਆ, ਉਹ ਕੁਝ ਵੀ ਕਰ ਸਕਦਾ ਹੁੰਦਾ ਹੈਗਾ। ਸੋ ਇਸੇ ਤਰ੍ਹਾਂ ਦਾ ਤੁਹਾਡੇ ਮੋਬਾਈਲਸ ਦੇ ਵਿੱਚ ਜਾਂ ਕੋਈ ਵੀ ਡਿਵਾਈਸਿਸ ਹੁੰਦੇ ਨੇ, ਉਹਨਾਂ ਵਿੱਚ ਐਡਮਿਨਿਸਟ੍ਰੇਟਰ ਕੰਟਰੋਲ ਹੁੰਦਾ ਹੈਗਾ। ਐਡਮਿਨਿਸਟ੍ਰੇਟਰ ਦਾ ਮਤਲਬ ਇੱਦਾਂ ਸੋਚ ਲਓ, ਜੋ ਕੁਝ ਵੀ ਕਰ ਸਕਦਾ ਹੈ ਤੁਹਾਡੇ ਸਿਸਟਮ, ਕੁਝ ਵੀ ਇੰਸਟਾਲ ਕਰ ਸਕਦਾ ਹੈ, ਕੁਝ ਵੀ ਡਿਲੀਟ ਕਰ ਸਕਦਾ ਹੈ, ਕੁਝ ਵੀ ਐਕਸੈਸ ਕਰ ਸਕਦਾ ਹੈਗਾ। ਠੀਕ, ਤਾਂ ਜਦੋਂ ਵੀ ਆਪਾਂ ਕੋਈ ਐਪ ਇੰਸਟਾਲ ਕਰਦੇ ਹਾਂ, ਤੁਸੀਂ ਦੇਖਿਆ ਉਹ ਤੁਹਾਡੇ ਤੋਂ ਰਾਈਟਸ ਮੰਗ ਰਹੀ ਹੁੰਦੀ ਹੈ, ਮੈਂ ਕੈਮਰਾ ਯੂਜ਼ ਕਰਨਾ ਹੈ, ਓਕੇ, ਮੈਂ ਕੰਟੈਕਟ ਯੂਜ਼ ਕਰਨੇ ਆ, ਆਪਾਂ ਓਕੇ 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 ਲੱਭੀ ਜਾਂਦੇ ਆ। ਦੇਖਿਆ ਇੰਸਟਾਲ ਕਰਦੇ ਹੋ, ਕਦੇ ਪੜ੍ਹਿਆ ਵੈਸੇ? ਅਲਾਓ ਡਿਨਾਈ ਕਰ ਦੇਣਾ ਹੈ ਨਾ, ਆਪਾਂ ਅਲਾਓ ਕਰੀ ਜਾਂਦੇ ਹਾਂ। ਜੇ ਡਿਨਾਈ ਤੇ ਦੱਬਾਂਗੇ, ਉਹਨੇ ਕਹਿਣਾ ਹੈ ਕਿ ਦੇਖੋ ਜੀ ਤੁਸੀਂ ਡਿਨਾਈ ਕਰ ਰਹੇ ਹੋ, ਤੁਹਾਡਾ ਆ ਨਹੀਂ ਚੱਲੇਗਾ, ਤੁਹਾਡਾ ਉਹ ਨਹੀਂ ਚੱਲੇਗਾ। ਸੋ ਜਿਹੜੀਆਂ ਤਾਂ ਲੀਗਲ ਐਪਸ ਹੁੰਦੀਆਂ ਨੇ, ਓਕੇ ਹੁੰਦੀਆਂ, ਉਹਨਾਂ ਦਾ ਕੋਈ ਇਸ਼ੂ ਨਹੀਂ ਹੈ, ਪਰ ਕਈ ਐਪਸ ਹੁੰਦੀਆਂ ਨੇ ਜਿਹੜੀਆਂ ਤੁਹਾਡਾ ਐਡਮਿਨਿਸਟ੍ਰੇਟਰ ਲੈਵਲ ਦਾ ਐਕਸੈਸ ਮੰਗਦੇ ਨੇ, ਤੇ ਆਪਾਂ ਉਹਨੂੰ ਵੀ ਅਲਾਓ ਕਰ ਦਿੰਦੇ ਹਾਂ। ਅਲਾਓ, ਜਦੋਂ ਉਹਨੂੰ ਐਡਮਿਨਿਸਟ੍ਰੇਟਰ ਐਕਸੈਸ ਮਿਲ ਗਿਆ, ਤਾਂ ਉਹ ਤੋਂ ਬਾਅਦ ਤਾਂ ਤੁਹਾਡੇ ਸਿਸਟਮ 'ਚ ਕੁਝ ਵੀ ਕੱਢ ਲੇਗਾ। रूट नाम इन्हों इसलिए दिता जाता है, थोड़ा जा कंप्यूटर लैंग्वेज वाले ज़्यादा ईजी समझ आता है। रूट लैवल के उत्ते चला जाता है, ये हार्डवेयर लैवल के उत्ते चला जाता है, हार्डवेयर के उत्ते अटैक करता है, तो थोड़े सिस्टम के विचों कुछ भी चक सकता है, कुछ भी किमें भी यूज़ कर सकता है। थोड़ा हो सकता है कि ये थोड़ी जेब च मोबाइल पे है, ठीक है, तुसी उत्थे जा रहे हो, किसी बैंक के लॉकर के विच जा रहे हो, ठीक है, उत्थे कीवर्ड पाने, थोड़े हो सकता है मोबाइल का कैमरा एक्सैस कर ले, तो कैमरा अगर एक्सैस कर लिया तो कैमरे नाल देखी जाएगा कि बटन दब रहा है। उस लैवल दी चोरियां भी होंदी। रिमोट एक्सैस, रिमोट एक्सैस वैसे की होंदा है? रिमोट एक्सैस का मतलब की होंदा है? बहुत दूर बैठे किसी चीज़ को एक्सैस करना। ये लीगली भी यूज़ होंदा हैगा। अपने को कई ਇਹੋ ਜਿਹੇ सॉफ्टवेयर्स आते हैं जिन्हों तो आप की करते हैं, जिवें मैं घरे बैठा, मैं घरे बैठे अपने ऑफिस वाला सिस्टम चलाना है, मैं उन्होंने एक्सैस करना चाहना, तो मैं कर सकता। बहुत सारे ऐसे सॉफ्टवेयर्स आते हैं जिन्हें मैं घरों बैठे यूज़ कर सकता। वो तो हो गया ना लीगल यूज़, कि मैं अपना काम करना चाहना, वर्क फ्रॉम होम कह लो जिन्हों।
ਬਟ ਇਸ ਨੂੰ ਗਲਤ ਤਰੀਕੇ ਨਾਲ ਵੀ ਯੂਜ਼ ਕੀਤਾ ਜਾਂਦਾ ਹੈ। ਕੋਈ ਸਿਸਟਮ ਹੈਗਾ ਜਿਹੜਾ ਕਿ ਕਿਸੇ ਹੋਰ ਨੈਟਵਰਕ 'ਚ ਪਿਆ ਹੈਗਾ, ਕਿਸੇ ਹੋਰ ਆਰਗੇਨਾਈਜੇਸ਼ਨ 'ਚ ਪਿਆ ਹੈਗਾ, ਮੈਂ ਉਹਨੂੰ हैक करके ਉਹਦੇ ਲਈ ਪਾਸਵਰਡਸ ਵਗੈਰਾ ਓਬਵੀਅਸਲੀ ਚਾਹੀਦੇ ਹੁੰਦੇ, ਪਾਸਵਰਡਸ हैक ਕਰਕੇ ਤੇ ਉੱਥੇ ਵੜ ਜਾਣਾ ਤੇ ਮੇਰੇ ਕੋਲ ਉਹਦਾ ਐਕਸੈਸ ਆ ਗਿਆ, ਤਾਂ ਜਦੋਂ ਐਕਸੈਸ ਹੀ ਆ ਗਿਆ ਤਾਂ ਮੈਂ ਜੋ ਮਰਜ਼ੀ ਕਰਾਂ, ਉਹਨੂੰ ਕਹਿੰਦੇ ਆ ਰਿਮੋਟ ਐਕਸੈਸ। ਜਿਵੇਂ ਸਬ ਇੰਸਪੈਕਟਰ ਦਾ ਪੇਪਰ ਹੋਇਆ ਜੀ ਹੈ ਕਿ ਉਹ ਐਗਜ਼ੈਕਟਲੀ ਇਹ ਚੀਜ਼ ਨਹੀਂ ਸੀਗੀ। ਨਾ ਜੀ ਸਕਰੀਨ ਦੂਜੇ ਪਾਸੇ ਦਿਖ ਰਹੀ ਸੀ ਜੀ, ਜਿਹੜਾ ਉਹਦੇ ਆਪਣੇ ਉਹ ਦਾਣਾ ਮੰਡੀ ਖਾਣੇ ਦੇ ਨਾਲ ਜਿਹੜਾ ਹਾਂ ਉਹ ਜਿਹੜਾ ਕੰਮ ਸੀਗਾ ਨਾ ਉਹਦਾ ਹਲੇ ਐਗਜ਼ੈਕਟ ਨਹੀਂ ਪਤਾ ਲੱਗ ਪਾਇਆ ਕੀ ਹੈਗਾ, ਆਊਟ ਨਹੀਂ ਹੋਇਆ। ਉਹਦਾ ਜੋ ਨਿਊਜ਼ ਚਾਹੁੰਦਾ ਹੈਗਾ ਜਾਂ ਜੋ ਪਤਾ ਲੱਗਦਾ ਆਪਾਂ ਦੇਖ ਲੈਂਦੇ ਹੈਗੇ, ਬਟ ਉਹਨੂੰ ਐ ਨਹੀਂ ਕਹਿ ਸਕਦੇ ਕਿ ਰਿਮੋਟਲੀ ਐਕਸੈਸ ਕਰਦੇ ਸੀ। ਉਹ ਤਾਂ ਸਿਰਫ ਜੋ ਇੱਧਰ ਕੁਐਸਚਨ ਸੀ ਉਹਨਾਂ ਨੂੰ ਦਿਖਣ ਲੱਗ ਗਏ ਸੀ ਉੱਧਰ ਤੋਂ ਪਹਿਲੇ ਮਤਲਬ ਇੱਕ ਸਕਰੀਨ ਮਤਲਬ ਉਹ ਤਾਂ ਹੁੰਦਾ ਹੀ ਹੋਣਾ ਹੀ ਹੈ ਇਹਨਾਂ ਦਾ ਕੋਈ ਡਾਟਾ। ਉਹ ਇੰਟਰਨਲੀ ਇਹਨਾਂ ਨੇ ਕੀ ਕੀਤਾ ਹੋਇਆ ਕੁਝ ਉੱਤੇ ਕਮੈਂਟ ਨਹੀਂ ਕਰ ਸਕਦੇ ਨਾ ਆਪਾਂ। ਐਡਵੇਅਰ ਕੀ ਹੁੰਦਾ ਹੈਗਾ, ਇਹ ਵੀ ਇੱਕ ਬਹੁਤ ਕਾਮਨ ਹੈਗਾ। ਸਾਰਿਆਂ ਦੇ ਪਿੱਛੇ ਵੇਅਰ ਲਿਖਿਆ ਹੋਇਆ ਨਾ, ਸੌਫਟਵੇਅਰ ਦਾ ਪਾਰਟ ਹੈ ਕਿਉਂਕਿ ਇਹ ਸੌਫਟਵੇਅਰ ਨੇ ਸਾਰੇ। ਐਡਵੇਅਰ ਕੀ ਹੁੰਦਾ ਹੈਗਾ ਕਿ ਆਪਾਂ ਕੋਈ ਵੈਬਸਾਈਟ ਚਲਾ ਰਹੇ ਹੈਗੇ ਆ ਜਾਂ ਆਪਾਂ ਕੋਈ ਸਿਸਟਮ ਚਲਾ ਰਹੇ ਹੈਗੇ ਆ, ਤਾਂ ਉੱਥੇ ਤੁਹਾਨੂੰ ਕੋਈ ਪੌਪਅਪ ਆ ਜਾਂਦਾ, ਨੀਚੋਂ ਕੁਝ ਐਡ ਆ ਜਾਂਦੀ ਹੈ ਜਾਂ ਵੈਬਸਾਈਟ ਚਲਾਉਂਦੇ ਹੋਏ ਸਾਈਡ ਤੇ ਐਡ ਆ ਜਾਂਦੀ ਹੈਗੀ ਹੈ, ਤੇ ਤੁਸੀਂ ਉਹ ਦੇਖਦੇ ਹੋ ਕਿ ਆਫਰ ਬਹੁਤ ਵਧੀਆ ਹੈਗਾ, ਤੇ ਤੁਸੀਂ ਫਿਰ ਉਹਦੇ ਕਲਿੱਕ ਕਰਦੇ ਹੋ ਤੇ ਉੱਥੇ ਜਾਂਦੇ ਹੋ। ਉਹ ਤੁਹਾਨੂੰ ਐਂ ਲੱਗਦਾ ਹੈ ਕਿ ਹਾਂ ਵੈਬਸਾਈਟ ਤਾਂ ਯਾਰ ਠੀਕ ਹੈ, ਇਹ ਤਾਂ ਮੈਨੂੰ ਡਿਸਕਾਊਂਟ ਵੀ ਦੇ ਰਹੀ ਹੈਗੀ ਹੈ, ਤੇ ਤੁਸੀਂ ਜਦੋਂ ਉੱਥੇ ਅਪਲਾਈ ਕਰਦੇ ਹੋ, ਇਨਫੋਰਮੇਸ਼ਨ ਭਰਦੇ ਹੋ, ਤਾਂ ਤੁਹਾਡੀ ਇਨਫੋਰਮੇਸ਼ਨ ਕੈਪਚਰ ਕਰ ਲੈਂਦੇ ਨੇ, ਤੁਹਾਡੇ ਸਿਸਟਮ 'ਚ ਵੜ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ। ਹੋ ਸਕਦਾ ਉੱਥੇ ਕੋਈ ਬਟਨ ਇਹੋ ਜਿਹਾ ਦਿੱਤਾ ਹੋਵੇ ਜਿਹਦੇ ਤੁਸੀਂ ਅਲਾਓ ਕਰ ਦਿਓ ਉਹਨੂੰ ਆਉਣਾ, ਤੇ ਉਹ ਆ ਕੇ ਤੁਹਾਡੇ ਸਿਸਟਮ 'ਤੇ ਇਨਫੋਰਮੇਸ਼ਨ ਕੈਪਚਰ ਕਰ ਲੈਂਦੇ ਨੇ। ਮਤਲਬ ਐਡ ਦੇ ਥਰੂ ਤੁਹਾਡੇ ਸਿਸਟਮ ਦੇ ਉੱਤੇ ਅਟੈਕ ਕਰਨਾ, ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ, ਐਡ। ਇਹ ਚੀਜ਼ਾਂ ਨਾ ਜਿਹੜੀਆਂ ਹੈਗੀਆਂ ਜਿਵੇਂ ਉਹਦੇ ਕੁਕੀਜ਼ ਹੈ, ਇਹ ਚੀਜ਼ਾਂ ਕੁਝ ਅੱਛੇ ਕੰਮ ਦੇ ਲਈ ਵੀ ਯੂਜ਼ ਹੁੰਦੀਆਂ ਨੇ। ਕੁਕੀਜ਼ ਕੀ ਹੁੰਦੀਆਂ ਨੇ, ਵੈਬਸਾਈਟਸ ਜਿਹੜੀਆਂ ਨੇ ਨਾ ਅਲੱਗ-ਅਲੱਗ, ਜਿਵੇਂ ਫਲਿੱਪਕਾਰਟ ਹੈ ਜਾਂ ਕੋਈ ਹੋਰ ਫੇਮਸ ਵੈਬਸਾਈਟਸ ਨੇ, ਉਹ ਕੀ ਕਰਦੇ ਨੇ ਤੁਹਾਡੇ ਸਿਸਟਮ ਦੇ ਉੱਤੇ ਹੀ ਚੀਜ਼ਾਂ ਸਟੋਰ ਕਰਕੇ ਰੱਖ ਦਿੰਦੇ ਨੇ, ਤਾਂ ਕਿ ਨੈਕਸਟ ਟਾਈਮ ਜਦੋਂ ਤੁਸੀਂ ਉਹਨਾਂ ਦੀ ਵੈਬਸਾਈਟ ਚਲਾਓ ਤਾਂ ਉਹ ਫਟਾਫਟ ਉਹਦੇ ਵਿੱਚੋਂ ਡੇਟਾ ਕੱਢ ਲਿਓ। ਜਿਵੇਂ ਸਪੋਜ਼ ਕਰੋ ਤੁਸੀਂ ਵੈਬਸਾਈਟ ਤੇ ਗਏ, ਸ਼ਾਪਿੰਗ ਦੀ ਕੋਈ ਵੈਬਸਾਈਟ ਤੇ ਤੁਸੀਂ ਉੱਥੇ ਨਾ ਕੋਈ ਮੋਬਾਈਲ ਦੇਖਿਆ, ਪਾਰਟਿਕੂਲਰ ਰੈਡਮੀ ਦਾ ਕੋਈ ਮੋਬਾਈਲ ਦੇਖਿਆ, ਤੁਹਾਨੂੰ ਅੱਛਾ ਜਿਹਾ ਨਹੀਂ ਲੱਗਿਆ, ਤੁਸੀਂ ਬੰਦ ਕਰਤੀ। ਹੁਣ ਨੈਕਸਟ ਟਾਈਮ ਜਦ ਤੁਸੀਂ ਆਓਗੇ ਤਾਂ ਉਹ ਤੁਹਾਨੂੰ ਨਾ ਉਹਦਾ ਦਿਖਾਊਗਾ ਕਿ ਦੇਖੋ ਤੁਸੀਂ ਲਾਸਟ ਟਾਈਮ ਆਹ ਦੇਖਿਆ ਸੀਗਾ, ਹੁਣ ਇਹ ਤੇ 500 ਰੁਪਏ ਆਫ ਚੱਲ ਰਿਹਾ। ਤਾਂ ਇਹ ਚੀਜ਼ ਜਿਹੜੀ ਹੈਗੀ ਹੈ ਦਿਸ ਇਜ਼ ਲੀਗਲ, ਤੇ ਇਹ ਚੀਜ਼ ਕੰਪਨੀਆਂ ਆਪਣੀ ਬੈਟਰਮੈਂਟ ਦੇ ਲਈ ਯੂਜ਼ ਕਰਦੀਆਂ। ਹੁਣ ਕੰਪਨੀ ਨੇ ਕੈਪਚਰ ਕੀਤਾ ਤੁਹਾਡਾ ਇੰਟਰਸਟ ਕਿ ਤੁਹਾਨੂੰ ਰੈਡਮੀ ਦਾ ਫੋਨ ਚਾਹੀਦਾ ਸੀਗਾ, ਬਟ ਪਿਛਲੀ ਵਾਰ ਉਹ 10,000 ਦਾ ਸੀ, ਇਸ ਲਈ ਸ਼ਾਇਦ ਤੁਸੀਂ ਛੱਡ ਗਏ, ਬਟ ਇਸ ਅਗਲੀ ਵਾਰ ਜਦ ਤੁਸੀਂ ਆਏ ਨੈਕਸਟ ਡੇ ਤਾਂ ਤੁਹਾਨੂੰ ਦਿਖਾਏਗਾ ਕਿ ਹਾਂ 500 ਰੁਪਏ ਉਹੀ ਚੀਜ਼ ਸਸਤੀ ਹੈ ਤਾਂ ਤੁਸੀਂ ਲਓ। ਹੁਣ ਹੋ ਸਕਦਾ ਹੈਗਾ ਕਿ ਤੁਸੀਂ ਇਸ ਲਈ ਨਾ ਲਿੱਤਾ ਹੋਏ ਕਿ ਮਹਿੰਗਾ ਸੀ, ਬਟ ਇਸ ਵਾਰੀ ਤੁਹਾਨੂੰ ਜਦੋਂ 500 ਰੁਪਏ ਸਸਤਾ ਮਿਲਿਆ ਤੁਸੀਂ ਲੈ ਲਿਆ, ਔਰ ਉਹ ਲੀਗਲ ਸਾਈਟ ਸੀਗੀ ਤੇ ਉਹ ਪਰਚੇਜ਼ ਵੀ ਥਰੂ ਹੋ ਗਈ। ਸੋ ਇਹ ਇੱਕ ਲੀਗਲ ਚੀਜ਼ ਹੈ, ਬਟ ਇਹਨੂੰ ਜਿਹੜੇ ਗਲਤ ਤਰੀਕੇ ਨਾਲ ਇਸਤੇਮਾਲ ਕਰਦੇ ਨੇ ਉਹ ਐਡਵੇਅਰਸ ਬਣਾਉਂਦੇ ਨੇ। ਉਹ ਵੀ ਇਹੀ ਕਰਦੇ ਨੇ, ਉਹ ਕੀ ਕਰਦੇ ਨੇ, ਤੁਹਾਡੀ ਇਨਫੋਰਮੇਸ਼ਨ ਟਰੈਕ ਕਰਦੇ ਨੇ ਕਿ ਤੁਸੀਂ ਕਿਹੜੀ ਸਾਈਟ ਤੇ ਗਏ ਹੋ, ਤੁਸੀਂ ਕੀ ਦੇਖਿਆ। ਫਿਰ ਜਦ ਤੁਸੀਂ ਕਿਸੇ ਹੋਰ ਸਾਈਟ ਤੇ ਘੁੰਮ ਰਹੇ ਹੋ ਜਾਂ ਕਿਤੇ ਹੋਰ ਹੋ ਨਾ, ਉਹੀ ਤੁਹਾਨੂੰ ਦਿਖਾ ਦੇਣਗੇ ਵੀ ਆਹ ਚੀਜ਼ ਇੰਨੀ ਸਸਤੀ ਸਾਡੇ ਕੋਲ ਮਿਲ ਰਹੀ ਹੈ। ਤੁਸੀਂ ਦੇਖੋਗੇ ਯਾਰ ਮੈਂ ਰੈਡਮੀ ਦਾ ਫੋਨ ਦੇਖਿਆ ਸੀ ਉੱਥੇ 10,000 ਦਾ, ਇੱਥੇ ਤਾਂ 5 ਦਾ, ਇੱਥੋਂ ਲਓ, ਤੇ ਉੱਧਰ ਚਲੇ ਜਾਂਦੇ। ਬਹੁਤ ਲੋਕ ਹੁੰਦੇ ਨੇ ਜਿਹੜੇ ਜਾਲ 'ਚ ਫਸ ਜਾਂਦੇ ਨੇ। OTP ਦਾ ਤੁਸੀਂ ਬਹੁਤ ਸੁਣਿਆ ਹੋਣਾ ਕਿ OTP ਨਹੀਂ ਸ਼ੇਅਰ ਕਰਨਾ, ਆਪਣਾ ਪਿਨ ਨਹੀਂ ਸ਼ੇਅਰ ਕਰਨਾ, ਹੈ ਨਾ। ਹਰ ਜਗ੍ਹਾ ਦੇ ਉੱਤੇ ਇਹਦੇ ਮੈਸੇजेस ਆਉਂਦੇ ਆ, ਕਾਲ ਆਉਂਦੀ ਹੈ, ਤੁਹਾਡੇ ਮੋਬਾਈਲ 'ਤੇ ਵੀ ਮੈਸੇजेस ਆਉਂਦੇ ਆ ਕਿ ਨੈਵਰ ਸ਼ੇਅਰ ਯੋਰ OTP, ਨੈਵਰ ਸ਼ੇਅਰ ਯੋਰ ਪਿਨ, ਹੈ ਨਾ। ਪਰ ਫਿਰ ਵੀ ਲੋਕ ਕਰਦੇ ਨੇ। ਡੇਲੀ ਐਸੇ ਕੇਸਿਸ ਹੁੰਦੇ ਨੇ ਜਿੱਥੇ ਫੋਨ ਦੇ ਉੱਤੇ ਉਹਨਾਂ ਤੋਂ OTP ਮੰਗਿਆ ਜਾਂਦਾ ਹੈਗਾ ਤੇ ਉਹ ਦੇ ਦਿੰਦੇ ਨੇ। ਉਹਨਾਂ ਨੂੰ ਜੇ ਬਾਅਦ 'ਚ ਪੁੱਛੋ ਤਾਂ ਉਹੀ ਕਹਿੰਦੇ ਨੇ ਵੀ ਸਾਨੂੰ ਤਾਂ ਲੱਗਿਆ ਜੀ ਇਹ ਤਾਂ ਓਰੀਜਨਲ ਬੰਦੇ ਨੇ, ਕੋਈ ਮਤਲਬ ਇਹ ਉਹ ਨਹੀਂ ਹੈਗੇ, ਲੀਗਲ ਬੰਦੇ ਨੇ। ਠੀਕ, ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਆਪਾਂ ਨੂੰ। ਕੀ ਲੌਗਰਸ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਦੀ ਰੂਟ ਕਿਟ ਟਾਈਪ ਦੀ ਚੀਜ਼ ਹੀ ਹੈਗੀ ਹੈ। ਇਹ ਕੀ ਕਰਦੇ ਨੇ, ਇੱਕ ਵਾਰ ਤੁਹਾਡੇ ਸਿਸਟਮ ਦੇ ਵਿੱਚ ਆ ਗਏ, ਕਿਸੇ ਵੀ ਤਰੀਕੇ ਦੇ ਨਾਲ ਆ ਗਏ, ਕਿਸੇ ਵੀ ਥਰੂ ਆ ਗਏ, ਤਾਂ ਇਹ ਕੀ ਤੁਸੀਂ ਜੋ ਵੀ ਉੱਥੇ ਕਰ ਰਹੇ ਹੋ, ਤੁਸੀਂ ਈਮੇਲ ਟਾਈਪ ਕਰ ਰਹੇ ਹੋ, ਕਿਸੇ ਨੂੰ ਤੁਸੀਂ ਮੈਸੇਜ ਟਾਈਪ ਕਰ ਰਹੇ ਹੋ, ਤਾਂ ਤੁਹਾਡੀ ਕੀਜ਼ ਜਿਹੜੀਆਂ ਨੇ, ਤੁਹਾਡੇ ਇਹਦੇ ਕੀਬੋਰਡ ਦੇ ਉੱਤੇ ਜੋ ਕੀ ਸਟ੍ਰੋਕਸ ਨੇ, ਤੁਸੀਂ ਜੋ ਟਾਈਪ ਜਿਵੇਂ ਕਰਦੇ ਹੋ ਉਹਨੂੰ ਕੈਪਚਰ ਕਰਦੇ ਨੇ ਤੇ ਅੱਗੇ ਭੇਜਦੇ ਨੇ।
ਓਕੇ ਆਪਾਂ ਫਿਰ ਥੋੜੇ ਜਿਹੇ ਉਹਦੇ ਕੋਈ ਚੀਜ਼ ਪੁੱਛਣੀ ਹੈ ਇਹਦੇ ਚ ਡਾਊਟ ਕੁਐਸਚਨਸ ਇਹਦੇ ਦੇਖੀਏ ਥੋੜੇ ਜਿਹੇ एसी बंद कर ਹਮ एसी बंद कर दो Which of the following usually observe each activity on the ground? On the internet of the victim, gather all information in the background and send it to someone else. सर पहला जो जितना नहीं कर पाएंगे आंसर